ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖ਼ਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਘੇ ਸਿਆਸੀ ਮਾਹਰ ਡਾਕਟਰ ਕੇਹਰ ਸਿੰਘ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ, ਤੁਹਾਨੂੰ ਵੀ ਤੁਹਾਡੇ ਸਰੋਤਿਆਂ ਨੂੰ। ਡਾਕਟਰ ਸਾਹਿਬ, ਭਾਜਪਾ 2024 ਦੀਆਂ ਚੋਣਾਂ ਦੀ ਬੜੀ ਜ਼ੋਰ ਸ਼ੋਰ ਦੇ ਨਾਲ ਤਿਆਰੀ ਕਰ ਰਹੀ ਹੈ। ਕਾਰਜਕਾਰਨੀ ਦੀ ਮੀਟਿੰਗ ਵੀ ਹੋਈ। ਇੱਕ ਬਿਆਨ ਜਿਹੜਾ ਭਾਜਪਾ ਦੇ ਪੰਜਾਬ ਦੇ ਸੂਬਾ ਪ੍ਰਧਾਨ ਜਿਹੜੇ ਨੇ ਅਸ਼ਵਨੀ ਸ਼ਰਮਾ, ਉਹਨਾਂ ਦਾ ਬੜਾ ਅਹਿਮੀਅਤ ਰੱਖਦਾ ਇਸ ਸਮੇਂ ਦੌਰਾਨ, ਜਦੋਂ ਸਿੱਖਾਂ ਦੇ ਮਸਲੇ ਵੱਖ-ਵੱਖ ਫਰੰਟ ਦੇ ਜਿਹੜੇ ਨੇ ਉਹ ਪੂਰੇ ਹੁੰਦੇ ਨਜ਼ਰ ਨਹੀਂ ਆਉਂਦੇ, ਭਾਵੇਂ ਉਹ ਕੇਂਦਰ ਦੇ ਨਾਲ ਹੋਣ, ਭਾਵੇਂ ਸੂਬਾ ਸਰਕਾਰ ਦੇ ਨਾਲ ਹੋਣ, ਪੰਜਾਬ ਸਰਕਾਰ ਦੇ ਨਾਲ। ਉਹ ਕਹਿੰਦੇ ਨੇ ਕਿ ਭਾਜਪਾ ਨੂੰ ਸਿੱਖਾਂ ਤੋਂ ਦੂਰ ਕਰਨ ਦੇ ਵਿੱਚ ਅਕਾਲੀ ਦਲ ਦਾ ਵੱਡਾ ਹੱਥ ਆ। ਤੁਸੀਂ ਇਹਨਾਂ ਇਲਜ਼ਾਮਾਂ ਨੂੰ ਮਤਲਬ ਕਿਸ ਤਰ੍ਹਾਂ ਦੇਖਦੇ ਹੋ, ਜਾਂ ਫਿਰ ਅਕਾਲੀ ਦਲ ਦੇ ਪੱਖ ਤੋਂ ਦੇਖੀਏ ਤੇ ਭਾਜਪਾ ਦੇ ਪੱਖ ਤੋਂ ਦੇਖੀਏ? ਸੁਖਵਿੰਦਰ ਜੀ, ਇਹ ਸਿਆਸੀ ਬਿਆਨ ਹੈ ਤੇ ਇਹਨੂੰ ਸਿਆਸੀ ਅਰਥਾਂ ਵਿੱਚ ਹੀ ਸਮਝਣਾ ਚਾਹੀਦਾ, ਕਿਉਂਕਿ ਬੀਜੇਪੀ ਹੁਣ ਉਹ ਸੁਤੰਤਰ ਰੂਪ ਵਿੱਚ ਪੰਜਾਬ ਵਿੱਚ ਆਪਣੇ ਪੈਰ ਜਮਾਉਣਾ ਚਾਹੁੰਦੇ ਆ, ਆਪਣੀ ਪੈਂਠ ਕਾਇਮ ਕਰਨਾ ਚਾਹੁੰਦੇ ਆ, ਤਾਂ ਉਹ ਆਪਣੇ ਪੁਰਾਣੇ ਭਾਈਵਾਲ ਚੋਂ ਨੁਕਸ ਕੱਢਣ ਦੀ ਕੋਸ਼ਿਸ਼ ਕਰਨਗੇ ਤੇ ਬਹਾਨੇ ਕੁਝ ਵੀ ਲੱਭ ਸਕਦੇ ਨੇ। ਪਰ ਮੈਨੂੰ ਇਹ ਉਹਨਾਂ ਦੀ ਇਹ ਐਲੀਗੇਸ਼ਨ ਨਿਰਾਧਾਰ ਲੱਗਦੀ ਹੈ ਸੁਖਵਿੰਦਰ ਜੀ, ਉਹ ਦੋ ਤਿੰਨ ਗੱਲਾਂ ਕਰਕੇ। ਉਹ ਇਹ ਹੈ ਕਿ ਸਿੱਖਾਂ ਦੇ ਜਿਹੜੇ ਮਸਲੇ ਨੇ, ਆਪਾਂ ਜੇ ਕਹੀਏ, ਕੁਝ ਤੇ ਹੈਗੇ ਆ ਜਿਹੜੇ ਪੰਜਾਬ ਰੀਜਨ ਦੇ ਮਸਲੇ ਹੈਗੇ ਆ, ਕੁਝ ਹੈਗੇ ਆ ਸਿੱਖ ਭਾਈਚਾਰੇ ਦੇ ਮਸਲੇ ਆ। ਜਿੱਥੋਂ ਤੱਕ ਪੰਜਾਬ ਮੂਲਕ ਮਸਲੇ ਹਨ, ਉਹ ਹੈ ਪੰਜਾਬ ਨੂੰ ਇੱਕ ਵਧੇਰੇ ਅਧਿਕਾਰ ਦੇਣ ਦੀ ਗੱਲ, ਜਿਹੜੀ ਮੰਗ ਜਿਸ ਤਰ੍ਹਾਂ ਆਪਾਂ ਆਨੰਦਪੁਰ ਸਾਹਿਬ ਦੇ ਮਤੇ ਰਾਹੀਂ ਕੀਤੀ ਗਈ ਸੀ, ਉਹ ਯਾਨੀ ਕਿ ਸਹੀ ਰੂਪ ਵਿੱਚ ਫੈਡਰਲ ਢਾਂਚਾ ਕਾਇਮ ਕਰਨ ਦੀ ਹੈ। ਚਾਹੇ ਪਾਣੀਆਂ ਦੀ ਗੱਲ ਹੈਗੀ ਹੈ, ਚਾਹੇ ਚੰਡੀਗੜ੍ਹ ਦੀ ਗੱਲ ਹੈਗੀ ਹੈ, ਚਾਹੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੈਗੀ ਹੈ, ਉਹ ਸਾਰਿਆਂ ਪ੍ਰਤੀ ਕਾਂਗਰਸ ਵਰਗਾ ਹੀ ਰਵੱਈਆ ਬੀਜੇਪੀ ਦਾ ਹੈ। ਕੋਈ ਅਜਿਹੀ ਗੱਲ ਉਹਨਾਂ ਨੇ ਨਹੀਂ ਕੀਤੀ ਜਦੋਂ ਉਹਨਾਂ ਕੋਲ ਤਾਕਤ ਆਈ ਕਿ ਇਹ ਪੰਜਾਬ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਹੱਲ ਕੀਤਾ ਜਾਏ, ਪੰਜਾਬ ਪੱਖੀ ਹੱਲ ਕੀਤਾ ਜਾਏ। ਉਹ ਕੁਝ ਨਹੀਂ ਕੀਤਾ ਉਹਨਾਂ ਨੇ। ਦੂਸਰੀ ਗੱਲ, ਜੇ ਆਪਾਂ ਸਿੱਖ ਭਾਈਚਾਰੇ ਦੀਆਂ ਮੰਗਾਂ ਦੀ ਗੱਲ ਕਰੀਏ ਤੇ ਉਹਨਾਂ ਵਿੱਚ ਪ੍ਰਮੁੱਖ ਗੱਲਾਂ ਆਪਾਂ ਨੂੰ ਪਤਾ ਹੈ ਕਿ ਜਿਹੜੀਆਂ ਸਿੱਖ ਜਿਹੜੇ ਬੰਦੀ ਹਨ, ਬੜੇ ਲੰਬੇ ਸਮੇਂ ਤੋਂ ਜਿਹੜੇ ਜੇਲ੍ਹਾਂ ਵਿੱਚ ਬੈਠੇ ਹੋਏ ਆ, ਆਪਣੀ ਜੇਲ੍ਹ ਟਰਮਸ ਪੂਰੀਆਂ ਕਰ ਚੁੱਕੇ ਹੋਏ ਆ, ਔਰ ਉਹਨਾਂ ਬਾਰੇ ਸ਼੍ਰੀਮਾਨ ਮੋਦੀ ਜੀ, ਪ੍ਰਧਾਨ ਮੰਤਰੀ ਜੀ ਦਾ ਬਿਆਨ ਵੀ ਆਇਆ ਸੀ ਕਿ ਅਸੀਂ ਉਹਨਾਂ ਨੂੰ ਛੇਤੀ ਹੀ ਰਿਹਾ ਕਰ ਦਿਆਂਗੇ। ਆਪਾਂ ਨੂੰ ਪਤਾ ਹੈ ਸਾਲ ਹੋ ਗਿਆ। ਸੋ ਉਹਨਾਂ ਦੀ ਰਿਹਾਈ ਦੀ ਗੱਲ ਤੇ ਉਹ ਹੁਣ ਚੁੱਪ ਕਰਕੇ ਬੀਜੇਪੀ ਸੁੱਤੀ ਹੋਈ ਹੈ, ਸਿਆਸੀ ਕਾਰਨਾਂ ਕਰਕੇ, ਆਪਾਂ ਨੂੰ ਪਤਾ ਹੈ। ਔਰ ਏਦਾਂ ਹੀ ਤੁਸੀਂ ਦੇਖੋ ਕਿ ਸਿੱਖ ਭਾਈਚਾਰੇ ਦਾ ਮਸਲਾ ਜਿਹੜਾ ਹੈਗਾ ਉਹ ਖਾਸ ਕਰਕੇ ਬੇਅਦਬੀ ਨਾਲ ਜੁੜਿਆ, ਔਰ ਬੇਅਦਬੀ ਦੇ ਵਿੱਚ ਜਿਹੜੇ ਆਪਾਂ ਨੂੰ ਪਤਾ ਕਿ ਡੇਰਾ ਸਿਰਸਾ ਵਾਲੇ ਸਾਧ, ਜਿਨ੍ਹਾਂ ਨੂੰ ਆਮ ਤੌਰ ਤੇ ਕਿਹਾ ਜਾਂਦਾ, ਉਹਨਾਂ ਦੇ ਮੁਖੀ ਕਹਿ ਲਓ, ਉਹ ਜਿਹੜੇ ਹੈ ਉਹਨਾਂ ਨਾਲ ਜਿਸ ਕਿਸਮ ਦਾ ਇਹ ਹਮਦਰਦੀ ਭਰਿਆ ਰਵੱਈਆ ਦਿਖਾ ਰਹੇ ਹੋਏ ਹੈ, ਉਹ ਸਿੱਖ ਮਾਨਸਿਕਤਾ ਤੇ ਮੈਨੂੰ ਲੱਗਦਾ ਹੈ ਜ਼ਖਮਾਂ ਤੇ ਲੂਣ ਛਿੜਕਣ ਤੁੱਲ ਹੈ। ਬੀਜੇਪੀ ਜਦੋਂ ਉਹਨਾਂ ਨੂੰ ਲੋੜ ਹੁੰਦੀ ਹੈ, ਚਾਹੇ ਹਰਿਆਣੇ ਦੇ ਵਿੱਚ ਇਲੈਕਸ਼ਨ ਤੇ ਹੋਵੇ, ਚਾਹੇ ਪੰਜਾਬ ਦੀ ਹੋਵੇ, ਉਹਨਾਂ ਨੂੰ ਪੈਰੋਲ ਤੇ ਦੇ ਭੇਜ ਦਿੰਦੀ ਹੈ ਔਰ ਉਹਨਾਂ ਨੂੰ ਆਪਣੇ ਸਿਆਸੀ ਮੰਤਵ ਲਈ ਉਹਨਾਂ ਦੀ ਵਰਤੋਂ ਕਰ ਲੈਂਦੀ ਹੋਈ ਹੈ। ਔਰ ਜਦੋਂ ਉਹਨਾਂ ਦੀ ਪੁੱਛ ਪੜਤਾਲ ਕਰਨ ਵਾਸਤੇ ਉਹਨਾਂ ਦੀ ਨਿੱਜੀ ਪੇਸ਼ੀ ਦੀ ਗੱਲ ਕੀਤੀ ਜਾਂਦੀ ਹੈ, ਸਿੱਟ ਸਾਹਮਣੇ ਪੇਸ਼ ਹੋਣ ਦੀ, ਤੇ ਉਹਨਾਂ ਨੂੰ ਉੱਥੇ ਵੀ ਪੇਸ਼ ਹੋਣ ਨਹੀਂ ਦਿੱਤਾ ਜਾਂਦਾ। ਦਲੀਲਾਂ ਕਈ ਡਾਹੀਆਂ ਜਾਂਦੀਆਂ, ਟੁੱਚਰਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ। ਸੋ ਮੇਰੇ ਮੁਤਾਬਕ ਬੀਜੇਪੀ ਦਾ ਜਿਹੜਾ ਐਟੀਟਿਊਡ ਹੈ ਨਾ ਸਿੱਖਾਂ ਦੀ, ਏਦਾਂ ਹੀ ਜੇ ਤੁਸੀਂ ਕਹੋ ਕਿ ਜਿਹੜੇ ਮਸਲੇ ਦਿੱਲੀ ਦੇ ਵਿੱਚ ਹੋਏ, ਦੰਗਿਆਂ ਦੇ ਹੋਏ, ਉਹਦੇ 'ਚ ਆਪਾਂ ਨੂੰ ਪਤਾ ਹੈ ਕਿ ਬੀਜੇਪੀ ਨੇ ਕੁਝ ਉਸਾਰੂ ਰੋਲ ਕੀਤਾ। ਇਹ 'ਚ ਕੋਈ ਸ਼ੱਕ ਨਹੀਂ ਕਿ ਪੁਰਾਣੇ ਜਿਹੜੇ ਕੇਸਿਸ ਸੀ ਉਹਨਾਂ ਨੂੰ ਖੋਲ੍ਹਣ ਦੇ ਵਿੱਚ ਬੀਜੇਪੀ ਦਾ ਯੋਗਦਾਨ ਹੈ, ਇਹਦੇ ਬਾਰੇ ਕੋਈ ਰੌਲਾ ਨਹੀਂ ਹੈ। ਪਰ ਇਹ ਤਾਂ ਦੇਖੋ, ਉਦੋਂ ਬਾਅਦ ਉਹਨੂੰ ਪਰਸੂ ਕਰਨਾ ਔਰ ਬਾਕੀ ਕੇਸ ਜਿਹੜੇ ਰਹਿੰਦੇ ਹੈ ਉਹ ਉਹਨਾਂ ਨੂੰ ਠੰਡੇ ਬਸਤੇ 'ਚ ਪਾਇਆ ਹੋਇਆ। ਹੁਣ ਦੂਜੇ ਪਾਸੇ ਜਿਹੜੀਆਂ ਸਿੱਖ ਮਸਲਿਆਂ ਦੀ ਗੱਲ ਕਰਦੇ ਹੋ, ਫਾਰ ਐਗਜ਼ਾਮਪਲ ਤੁਸੀਂ ਲਓ
ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਹੈ ਉਹਦੇ ਵਿੱਚ ਜਿਹੜੀ ਡਿਫੈਕਸ਼ਨਸ ਕਰਵਾਈਆਂ ਆਪਾਂ ਜੇ ਕਹੀਏ ਆਪਾਂ ਨੂੰ, ਤੇ ਉਹ ਡਿਫੈਕਸ਼ਨ ਵੀ ਤੇ ਬੀਜੇਪੀ ਨੇ ਕਰਾਈਆਂ, ਆਪਾਂ ਨੂੰ ਪਤਾ ਹੀ ਹੈ ਜੀ। ਜਾਂ ਹਰਿਆਣੇ ਦੇ ਵਿੱਚ ਜਿਹੜੀ ਹੁਣ ਵੱਖਰੀ ਜਿਹੜੀ ਕਮੇਟੀ ਬਣਾਉਣ ਦੀ ਗੱਲ ਹੈ, ਉਹ ਸੰਵਿਧਾਨਕ ਮਾਨਤਾ ਤੇ ਮਿਲ ਗਈ, ਪਰ ਉਹ ਸੰਵਿਧਾਨਕ ਮਾਨਤਾ ਦਿਵਾਉਣ ਦੇ ਵਿੱਚ ਜਿਹੜਾ ਰੋਲ ਪਲੇ ਸਿਆਸੀ ਤੌਰ ਤੇ ਕੀਤਾ ਹੈ ਔਰ ਜਿਸ ਢੰਗ ਨਾਲ ਉਸ ਦਾ ਸੰਗਠਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬਾਵਜੂਦ ਅਕਾਲ ਤਖਤ ਦੀਆਂ ਬੇਨਤੀਆਂ ਦੇ ਕਿ ਇਹਨੂੰ ਮੁੜ ਵਿਚਾਰਨ ਦੀ ਲੋੜ ਹੈ ਕਿਉਂਕਿ ਅਸੀਂ ਅਪੀਲ ਕੀਤੀ ਹੋਈ ਹੈ, ਔਰ ਜਿਸ ਢੰਗ ਦੀ ਪਹਿਲ ਕਦਮੀ ਕਰਕੇ ਉਹ ਸਿੱਖ ਸਮਾਜ ਦੇ ਵਿੱਚ ਬੀਜੇਪੀ ਆਪਣੇ ਸਿਆਸੀ ਪੈਂਤੜੇ ਤੋਂ ਜੋ ਉਹਨਾਂ ਨੂੰ ਉਚਿਤ ਲੱਗਦਾ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਇਹ ਕਹਿਣਾ ਕਿ ਜੀ ਬੀਜੇਪੀ ਵਾਲਿਆਂ ਵੱਲੋਂ ਕਿ ਅਕਾਲੀ ਦਲ ਸਾਨੂੰ ਸਿੱਖ ਮਸਲੇ ਹੱਲ ਨਹੀਂ ਕਰਨ ਦਿੰਦਾ, ਮੇਰੀ ਤੇ ਸਮਝ ਵਿੱਚ ਇਹ ਗੱਲ ਆਉਂਦੀ ਨਹੀਂ ਗਈ। ਇਹ ਸਿਰਫ ਤੇ ਸਿਰਫ ਸੁਖਵਿੰਦਰ ਜੀ ਮੈਨੂੰ ਤੇ ਸਿਆਸੀ ਬਿਆਨ ਲੱਗਦਾ ਹੈ, ਜਿਹਦੇ ਵਿੱਚ ਕੋਈ ਵਜ਼ਨ ਮੈਨੂੰ ਨਜ਼ਰ ਨਹੀਂ ਆਉਂਦਾ ਸੁਖਵਿੰਦਰ ਜੀ। ਬਾਕੀ ਤੇ ਕੋਈ ਗੱਲ ਤੁਹਾਡੇ ਧਿਆਨ 'ਚ ਕੋਈ ਹੈ ਤੇ ਮੈਨੂੰ ਦੱਸੋ, ਮੈਂ ਉੱਤੇ ਟਿੱਪਣੀ ਕਰ ਸਕਦਾ ਜੀ। ਡਾਕਟਰ ਸਾਹਿਬ, ਜਦੋਂ ਗੱਲ ਮਤਲਬ ਕਿ ਪਿਛੋਕੜ ਤੋਂ ਹੁੰਦੀ ਹੈ ਕਿ ਅਕਾਲੀ ਦਲ ਨੇ ਬਿਨਾਂ ਸ਼ਰਤ ਜਨਤਾ ਪਾਰਟੀ ਨੂੰ ਹਮਾਇਤ ਦਿੱਤੀ, ਜਾਂ ਅਕਾਲੀ ਦਲ ਨੇ ਹੁਣ ਤੱਕ ਕੇਂਦਰ ਦੇ ਵਿੱਚ ਆਪਣੀ ਕੁਰਸੀ ਬਰਕਰਾਰ ਰੱਖਣ ਦੇ ਲਈ ਸਿੱਖਾਂ ਦੇ ਮਸਲਿਆਂ ਨੂੰ ਜਾਂ ਪੰਜਾਬ ਦੇ ਮਸਲਿਆਂ ਨੂੰ ਦਰਕਿਨਾਰ ਕੀਤਾ, ਜਾਂ ਉਹਨਾਂ ਦੇ ਉੱਤੇ ਆਪਣਾ ਜਿਹੜਾ ਸਟੈਂਡ ਉਸ ਤਰੀਕੇ ਦਾ ਨਹੀਂ ਰੱਖਿਆ, ਜਿੰਨੇ ਵੀ ਪੰਜਾਬ ਨਾਲ ਰਿਲੇਟਡ ਪਾਣੀਆਂ ਦਾ ਮਸਲਾ ਹੋ ਗਿਆ ਜਾਂ ਹੋਰ ਜਿੰਨੇ ਪੰਜਾਬ ਦੇ ਜਿਹੜੇ ਜਿਸ ਤਰੀਕੇ ਦੇ ਨਾਲ ਜਿੰਨੇ ਵੀ ਮੁੱਦੇ ਉਲਝੇ ਉਹਨਾਂ ਨੂੰ ਲੈ ਕੇ ਜਦੋਂ ਗੱਲ ਹੁੰਦੀ ਹੈ, ਜਦੋਂ ਇਹ ਗੱਲ ਕਹੀ ਜਾਂਦੀ ਹੈ ਕਿ ਅਕਾਲੀ ਦਲ ਦੇ ਵਿੱਚ ਖਾਸ ਕਰ ਬਾਦਲ ਪਰਿਵਾਰ ਦੇ ਉੱਤੇ ਜ਼ਿੰਮੇਵਾਰੀ ਸੁੱਟ ਦਿੱਤੀ ਜਾਂਦੀ ਹੈ ਕਿ ਉਹ ਜ਼ਿੰਮੇਵਾਰ ਹੈ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ, ਕੀ ਇਹ ਸਭ ਦੇ ਵਿੱਚੋਂ ਅਕਾਲੀ ਦਲ ਨੂੰ ਬਰੀ ਕੀਤਾ ਜਾ ਸਕਦਾ, ਜਾਂ ਫਿਰ ਅਕਾਲੀ ਦਲ ਕਿਸ ਹੱਦ ਤੱਕ ਜ਼ਿੰਮੇਵਾਰ ਹੈ? ਜੇ ਅਸੀਂ ਭਾਜਪਾ ਵਾਲੇ ਇਹ ਗੱਲ ਕਹਿੰਦੇ ਨੇ ਕਿ ਇਹਨਾਂ ਨੇ ਸਾਨੂੰ ਨੇੜੇ ਨਹੀਂ ਹੋਣ ਦਿੱਤਾ, ਕੋਈ ਤਾਂ ਭੂਮਿਕਾ ਹੋਏਗੀ, ਕਿਉਂਕਿ ਜੇ ਇਕੱਠੇ ਰਹੇ ਤਾਂ ਵੀ ਸਿੱਖਾਂ ਦੇ ਮਸਲੇ ਹੱਲ ਜਾਂ ਪੰਜਾਬ ਦੇ ਮਸਲੇ ਹੱਲ ਨਹੀਂ ਹੋ ਸਕੇ। 10 ਸਾਲ ਲਗਾਤਾਰ ਸੱਤਾ ਹੰਢਾਈ ਤਾਂ ਵੀ ਉਹ ਕੰਮ ਨਹੀਂ ਹੋ ਸਕਿਆ। ਸੁਖਵਿੰਦਰ ਜੀ, ਤੁਸੀਂ ਉਹ ਠੀਕ ਕਹਿ ਰਹੇ ਹੋ, ਇਹ ਪੱਖ ਦੂਸਰਾ ਹੈ। ਆਪਾਂ ਪਹਿਲਾ ਪੱਖ ਲੈ ਲਿਆ ਬੀਜੇਪੀ ਵਾਲਾ, ਹੁਣ ਆਪਾਂ ਜੇ ਲੈਨੇ ਆ ਕਿ ਜੇ ਅਕਾਲੀ ਦਲ ਦਾ ਰੋਲ ਜਿਹੜਾ ਹੈਗਾ, ਕਿ ਇਹਨਾਂ ਤੇ ਦੋਸ਼ ਆਇਦ ਹੁੰਦਾ ਕਿ ਨਹੀਂ ਕਿ ਇਹਨਾਂ ਨੇ ਪੰਜਾਬ ਦੀਆਂ ਜਾਂ ਸਿੱਖਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹਨਾਂ ਨੂੰ ਹੱਲ ਕਰਾਉਣ ਦੇ ਵਿੱਚ ਆਪਣਾ ਠੀਕ ਯੋਗਦਾਨ ਪਾਇਆ ਕਿ ਨਹੀਂ ਪਾਇਆ। ਉਹਨਾਂ ਦੇ ਰੋਲ ਤੇ ਉਂਗਲ ਧਰੀ ਜਾ ਸਕਦੀ ਹੈ ਜਾਂ ਉਹਦੇ 'ਚ ਨੁਕਸ ਕੱਢੇ ਜਾ ਸਕਦੇ ਕਿ ਨਹੀਂ, ਇਹ 'ਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਨੇ ਵੀ ਜੋ ਰੋਲ ਇਹਨਾਂ ਤੋਂ ਤਵੱਕੋ ਕੀਤੀ ਜਾਂਦੀ ਸੀ ਉਹ ਉਹਨਾਂ ਨੇ ਨਹੀਂ ਨਿਭਾਇਆ, ਔਰ ਉਹ ਆਪਣੇ ਸਿਆਸੀ ਮਫਾਦ ਨੂੰ ਧਿਆਨ ਵਿੱਚ ਰੱਖ ਕੇ ਜੋ ਉਹਨਾਂ ਨੂੰ ਉੱਥੇ ਮੰਤਰੀ ਮੰਡਲ ਵਿੱਚ ਹਿੱਸਾ ਮਿਲਿਆ ਹੋਇਆ ਸੀਗਾ ਜਾਂ ਉਹਨਾਂ ਨੂੰ ਸਰਕਾਰਾਂ ਚਲਾਉਣ ਦੇ ਵਿੱਚ ਸਪੋਰਟ ਬੀਜੇਪੀ ਦੀ ਮਿਲਦੀ ਸੀਗੀ, ਉਹ ਸਾਰੀਆਂ ਗੱਲਾਂ ਨੂੰ ਹੀ ਧਿਆਨ ਵਿੱਚ ਰੱਖ ਕੇ ਉਹਨਾਂ ਨੇ ਅਕਾਲੀ ਦਲ ਨੇ ਵੀ ਉਹੋ ਜਿਹਾ ਐਕਟਿਵ ਰੋਲ ਨਹੀਂ ਪਲੇ ਕੀਤਾ। ਪਰ ਲਾ ਪਾ ਕੇ ਮੇਰਾ ਸਵਾਲ ਇਹੀ ਲਾ ਪਾ ਕੇ ਜੇ ਇਹਦਾ ਆਪਾਂ ਕਹੀਏ ਡੀਕੋਡ ਕਰੀਏ ਤੇ ਭਲਾ ਵੀ ਅਕਾਲੀ ਦਲ ਨੇ ਕਿਉਂ ਇਹ ਰੋਲ ਨਹੀਂ ਕੀਤਾ? ਕੀ ਅਕਾਲੀ ਦਲ ਦੇ ਮਨ ਵਿੱਚ ਇਹ ਨਹੀਂ ਸੀ ਕਿ ਇਹ ਮਸਲੇ ਹੱਲ ਹੋਣੇ ਚਾਹੀਦੇ ਹੈ? ਇਹ ਦੋਸ਼ ਨਹੀਂ ਆਪਾਂ ਲਾ ਸਕਦੇ। ਜੇ ਉਹਨਾਂ ਨੇ ਇਹ ਮਸਲਿਆਂ ਨੂੰ ਠੰਡੇ ਬਸਤੇ ਵਿੱਚ ਪਾਇਆ ਔਰ ਉਹਨਾਂ ਨੂੰ ਹੱਲ ਕਰਾਉਣ ਦੇ ਵਿੱਚ ਪੂਰਾ ਜ਼ੋਰ ਨਹੀਂ ਲਾਇਆ ਤੇ ਉਹਦੇ ਪਿੱਛੇ ਵੀ ਬੀਜੇਪੀ ਦੀ ਸੋਚ ਹੀ ਪਈ ਹੋਈ ਹੈ ਸੁਖਵਿੰਦਰ ਜੀ, ਕਿ ਬੀਜੇਪੀ ਨੇ ਉਹਨਾਂ ਮਸਲਿਆਂ ਨੂੰ ਹੱਲ ਕਰਨ ਦੇ ਵਿੱਚ ਅਕਾਲੀ ਦਲ ਨੂੰ ਉਤਸ਼ਾਹਿਤ ਨਹੀਂ ਕੀਤਾ, ਰਾਦਰ ਉਹਨਾਂ ਨੂੰ ਸਨੱਬ ਕਰਕੇ ਰੱਖਿਆ। ਯਾਨੀ ਕਿ ਅਕਾਲੀ ਦਲ ਜੇ ਉਹ ਕੋਈ ਗੱਲ ਕਰਨਾ ਚਾਹੁੰਦਾ ਸੀ ਕਿ ਇਹੋ ਜਿਹੇ ਹੱਲ ਹੋਣੇ ਚਾਹੀਦੇ ਹੈ ਤੇ ਬੀਜੇਪੀ ਨੇ ਰਾਦਰ ਉਹਨਾਂ ਨੂੰ ਸਲਾਹ ਕੀਤੀ ਕਿ ਤੁਸੀਂ ਇਹਨਾਂ ਨੂੰ ਠੰਡੇ ਬਸਤੇ 'ਚ ਪਾਓ, ਇਹਨਾਂ ਨੂੰ ਨਾ ਉਭਾਰੋ, ਕਿਉਂਕਿ ਇਹ ਦੇਸ਼ ਦੇ ਹਿੱਤ ਵਿੱਚ ਨਹੀਂ ਹੈ, ਉਹ ਇਹ ਦੇਸ਼ ਦੀ ਏਕਤਾ ਔਰ ਅਖੰਡਤਾ ਲਈ ਠੀਕ ਨਹੀਂ ਹੈ। ਇਹੋ ਜਿਹੀਆਂ ਸਲਾਹਾਂ ਜਿਹੜੀਆਂ ਹੈ ਉਹ ਬੀਜੇਪੀ ਵਾਲੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਦਿੰਦੇ ਰਹੇ, ਔਰ ਇਹਦੇ ਵਿੱਚ ਮੈਨੂੰ ਪਤਾ ਹੈ ਕਿ ਦੋਸ਼ੀ ਅਕਾਲੀ ਵੀ ਹਨ ਕਿ ਉਹ ਉਹਨਾਂ ਦੀਆਂ ਇਹਨਾਂ ਸਲਾਹਾਂ ਨੂੰ ਕਿਉਂ ਪ੍ਰਮਾਣ ਕਰਦੇ ਰਹੇ, ਸਿਰਫ ਤੇ ਸਿਰਫ ਆਪਣੀ ਤਾਕਤ ਮਾਨਣ ਵਾਸਤੇ ਮੰਤਰੀ ਮੰਡਲ ਦੇ ਵਿੱਚ ਰਹਿਣ ਕਰਕੇ ਉਹ ਸਾਰੇ ਮੁੱਦਿਆਂ ਨੂੰ ਭੁਲਾ ਦਿੱਤਾ ਔਰ ਠੰਡੇ ਬਸਤੇ ਵਿੱਚ ਉਹਨਾਂ ਨੇ ਪਾ ਦਿੱਤਾ। ਇਹ 'ਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਬਾਦਲ ਇਹਦੇ ਲਈ ਜ਼ਿੰਮੇਵਾਰ ਹੈ ਸੁਖਵਿੰਦਰ ਜੀ, ਉਹਨਾਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਪਰ ਲਾ ਪਾ ਕੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕਹੀ ਕਿ ਜੇ ਅਕਾਲੀ ਦਲ ਨੇ ਇਹਨਾਂ ਗੱਲਾਂ
ਨੂੰ ਠੰਡੇ ਬਸਤੇ ਵਿੱਚ ਪਾਇਆ, ਇਗਨੋਰ ਕੀਤਾ, ਤੇ ਇਹਦੇ ਵਿੱਚ ਵੀ ਬੀਜੇਪੀ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਸੁਖਵਿੰਦਰ ਜੀ। ਮਸਲਾ ਇਹ ਵੀ ਆਪਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ, ਕਿਉਂਕਿ ਇਸ ਵੇਲੇ ਬੀਜੇਪੀ ਦੇ ਸਿਆਸੀ ਪੈਂਤੜੇ ਨੂੰ ਜਦੋਂ ਆਪਾਂ ਸਮਝਣਾ ਹੈ ਤੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਬੀਜੇਪੀ ਦਾ ਰੋਲ ਕੋਈ ਇੰਨਾ ਉਸਾਰੂ ਨਹੀਂ ਰਿਹਾ ਇਹਨਾਂ ਮੰਗਾਂ ਪ੍ਰਤੀ, ਚਾਹੇ ਪੰਥਕ ਮੰਗਾਂ ਹੋਣ, ਚਾਹੇ ਪੰਜਾਬ ਦੀਆਂ ਮੰਗਾਂ ਹੋਣ। ਸਿਰਫ ਤੇ ਸਿਰਫ ਅਕਾਲੀ ਦਲ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾ ਜਾ ਸਕਦਾ, ਇਹਦੇ ਵਿੱਚ ਬੀਜੇਪੀ ਦਾ ਵੀ ਓਨਾ ਹੀ ਦੋਸ਼ ਹੈ, ਓਨਾ ਹੀ ਰੋਲ ਹੈ ਸੁਖਵਿੰਦਰ ਜੀ। ਮੈਂ ਇਸ ਤਰ੍ਹਾਂ ਇਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ। ਡਾਕਟਰ ਸਾਹਿਬ, ਜਦੋਂ ਆਪਾਂ तमाम ਸਿੱਖ ਮਸਲਿਆਂ ਨੂੰ ਦੇਖਦੇ ਹਾਂ ਕਿ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਪੱਧਰ ਤੇ ਮੋਰਚਾ ਖੋਲ੍ਹਿਆ ਹੋਇਆ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ, ਉਹਦੇ ਲਈ ਉਹ ਗ੍ਰਿਫਤਾਰੀਆਂ ਉਹਨਾਂ ਦੇ ਜਥੇ ਵੱਲੋਂ ਦਿੱਤੀਆਂ ਜਾ ਰਹੀਆਂ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ। ਬਰਗਾੜੀ ਵਾਲੇ ਮਸਲੇ, ਬੇਅਦਬੀ ਵਾਲੇ ਮਸਲੇ, ਉਹਨਾਂ ਸਾਰੇ ਮਸਲਿਆਂ ਦੀ ਜਦੋਂ ਗੱਲ ਆਉਂਦੀ ਹੈ, ਖਾਸ ਕਰ ਬੇਅਦਬੀ ਵਾਲੇ ਮਸਲਿਆਂ ਨੂੰ ਲੈ ਕੇ, ਤੇ ਉਧਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਉਹਦੀ ਮੰਗ ਜਿਹੜੀ ਅੱਗੇ ਰੱਖੀ ਆ, ਉਹਨੂੰ ਲੈ ਕੇ ਉਹਨਾਂ ਨੇ ਦਸਤਖਤ ਮੁਹਿੰਮ, ਜਿਹੜੀ ਹਸਤਾਖਰ ਮੁਹਿੰਮ ਲਗਾਤਾਰ ਗੁਰਦੁਆਰਿਆਂ 'ਚ ਜਾਂ ਹੋਰ ਥਾਵਾਂ ਤੇ ਉਹ ਉਸ ਕਿਸਮ ਦੀ ਉਹ ਚਲਾ ਰਹੇ ਨੇ। ਉਧਰੋਂ ਕੌਮੀ ਇਨਸਾਫ ਮੋਰਚਾ ਲੱਗ ਗਿਆ ਇਸੇ ਮੰਗ ਦੇ ਉੱਤੇ। ਉਧਰੋਂ ਮੰਗ ਉੱਠ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਛੇਤੀ ਤੋਂ ਛੇਤੀ ਕਰਾਈਆਂ ਜਾਣ, ਮਤਲਬ ਕਿ 2024 ਤੋਂ ਪਹਿਲਾਂ ਵੀ ਹੋ ਸਕਦੀਆਂ, ਕਿਸ ਤਰ੍ਹਾਂ ਦਾ ਪੈਂਤੜਾ ਲਿਆ ਜਾ ਸਕਦਾ। ਨਾਲ ਦੀ ਨਾਲ ਜੇ ਆਪਾਂ ਸਿਆਸੀ ਫਰੰਟ ਤੇ ਦੇਖੀਏ ਤਾਂ ਤਕਰੀਬਨ ਜਿੰਨੇ ਵੀ ਅਕਾਲੀ ਦਲ, ਬਾਦਲ ਪਰਿਵਾਰ ਦੇ ਵਿਰੋਧੀ ਨੇ, ਉਹ ਸਾਰੇ ਇੱਕ ਮੰਚ ਤੇ ਹੌਲੀ-ਹੌਲੀ ਇਕੱਠੇ ਹੁੰਦੇ ਨਜ਼ਰ ਆਉਂਦੇ ਨੇ। ਇਹਨਾਂ ਸਭ ਦੇ ਵਿਚਾਲੇ ਅੰਮ੍ਰਿਤਪਾਲ ਸਿੰਘ ਨੂੰ ਵੀ ਆਪਾਂ ਦੇਖ ਸਕਦੇ ਹਾਂ। ਮੈਂ ਜਦੋਂ तमाम ਸਿੱਖ ਮਸਲਿਆਂ ਦੀ ਗੱਲ ਕਰਦਾ, ਇਸ ਕਰਕੇ ਇਹਨਾਂ ਸਾਰਿਆਂ ਤੇ ਟੂਕ ਮਾਤਰ ਥੋੜਾ ਜਿਹਾ ਧਿਆਨ ਜਾਂਦਾ ਹੈ ਕਿ ਇਹ ਸਾਰਾ ਕੁਝ ਚੱਲ ਕੀ ਰਿਹਾ। ਇਹ ਸਭ ਦੇ ਵਿਚਾਲੇ ਫਿਰ ਬੀਜੇਪੀ ਆ ਕੇ ਸਵਾਲਾਂ ਦੇ ਘੇਰੇ 'ਚ ਆਉਂਦੀ ਹੈ ਕਿ ਕੀ ਜਿਵੇਂ ਕਿਸਾਨੀ ਅੰਦੋਲਨ ਦੌਰਾਨ ਹੋਇਆ ਸੀ ਕਿ ਵੱਖ-ਵੱਖ ਜਥੇਬੰਦੀਆਂ ਜਾ ਕੇ ਮਿਲਦੀਆਂ ਰਹੀਆਂ, ਉਹਨਾਂ ਨੂੰ ਕ੍ਰੈਡਿਟ ਦੇਣ ਦੀ ਥਾਂ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਚੁਣਿਆ, ਤੇ ਹੁਣ ਵੀ ਕੋਈ ਉਹੋ ਜਿਹਾ ਭਾਜਪਾ ਕੋ ਵਿਚਲਾ ਰਾਹ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ? ਜਾਂ ਫਿਰ ਜਦੋਂ ਆਪਾਂ ਕਹਿੰਦੇ ਆ ਕਿ ਇਹਨਾਂ ਨੂੰ ਕਿਹਾ ਜਾਂਦਾ ਕਿ ਇਹ ਭਾਰਤ ਦੀ ਏਕਤਾ ਤੇ ਅਖੰਡਤਾ ਦਾ ਮਸਲਾ ਆ, ਕੀ ਵਾਕਈ ਬੰਦੀ ਸਿੰਘਾਂ ਦੇ ਰਿਹਾ ਹੋਣ ਤੋਂ ਬਾਅਦ ਇਹਨਾਂ ਨੂੰ ਉਸ ਏਕਤਾ ਨੂੰ, ਉਸ ਅਖੰਡਤਾ ਨੂੰ ਕੋਈ ਖਤਰਾ ਲੱਗਦਾ ਉਹਨਾਂ ਤੋਂ, ਜਾਂ ਫਿਰ ਉਹਨਾਂ ਦੀ ਅੱਜ ਵੀ ਜਿਹੜਾ ਜੇਲ੍ਹਾਂ ਤੋਂ ਬਾਹਰ ਉਸ ਦੀ ਇੱਕ ਹਸਤੀ ਹੋ ਸਕਦੀ ਹੈ? ਸੁਖਵਿੰਦਰ ਜੀ, ਪੋਲਿਟਿਕਸ ਦੇ ਵਿੱਚ ਨਾ ਇਹ ਜਿਸ ਨੂੰ ਕਹੀਏ ਕਿ ਪਰਸੈਪਸ਼ਨ ਦਾ ਜ਼ਰੂਰ ਹੁੰਦਾ ਕਿ ਕਿਸੇ ਗੱਲ ਨੂੰ ਕਿਸ ਤਰ੍ਹਾਂ ਲੋਕ ਉਹਨੂੰ ਕਿਸ ਤਰ੍ਹਾਂ ਤੁਸੀਂ ਪ੍ਰਚਾਰਦੇ ਹੋ ਤੇ ਲੋਕਾਂ ਵਿੱਚ ਉਹ ਕਿਸ ਤਰ੍ਹਾਂ ਸਮਝਿਆ ਜਾਂਦਾ ਹੈ, ਤੇ ਕੋਈ ਸਿਆਸੀ ਪਾਰਟੀ ਉਹਦੇ ਬਾਰੇ ਕੀ ਪੈਂਤੜਾ ਲੈਂਦੀ। ਕਿਉਂਕਿ ਆਪਾਂ ਨੂੰ ਪਤਾ ਹੈ ਕਿ ਬੀਜੇਪੀ ਦਾ ਵੱਡੇ ਪੱਧਰ ਤੇ ਆਪਾਂ ਨੂੰ ਪਤਾ ਹੈ ਕਿ ਉਹ ਪੋਲਰਾਈਜੇਸ਼ਨ ਦੀ ਪੋਲਿਟਿਕਸ ਉਹਦੀ ਹੈਗੀ ਹੈ, ਜਿਸ ਨੂੰ ਆਪਾਂ ਮੈਜੋਰਿਟੇਰੀਅਨ ਵੋਟ ਨੂੰ ਉਹ ਸੰਗਠਿਤ ਕਰਨਾ ਹੈ। ਔਰ ਮੈਜੋਰਿਟੇਰੀਅਨ ਵੋਟ ਨੂੰ ਜਦੋਂ ਸੰਗਠਿਤ ਕਰਨਾ ਹੈ ਤੇ ਉਹਦੇ ਵਿੱਚ ਜਿਹੜੀਆਂ ਮਾਈਨੋਰਿਟੀਜ਼ ਤੇ ਇਹ ਦੂਸ਼ਣ ਲੱਗ ਸਕਦਾ ਹੈ ਕਿ ਉਹ ਦੇਸ਼ ਪ੍ਰਤੀ ਵਫਾਦਾਰ ਨਹੀਂ ਹੈ, ਉਹ ਜੀ ਗੱਲ ਨੂੰ ਉਹ ਜ਼ਰੂਰ ਉਭਾਰਦੇ ਆ ਔਰ ਧਿਆਨ ਵਿੱਚ ਰੱਖਦੇ ਆ। ਕਿਉਂਕਿ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਕਿ ਪਿਛੋਕੜ ਸੁਖਵਿੰਦਰ ਜੀ ਇਹ ਰਿਹਾ ਹੈ ਕਿ ਸਾਡੇ ਇੱਥੇ ਖਾੜਕੂਵਾਦ ਦੌਰਾਨ ਇੱਕ ਵੱਖਵਾਦੀ ਲਹਿਰ ਬੜੇ ਪੂਰੇ ਜ਼ੋਰਾਂ ਨਾਲ ਚੱਲੀ ਹੈ, ਔਰ ਹੁਣ ਵੀ ਵੱਖਵਾਦੀ ਨਾਅਰੇ ਜਿਹੜੇ ਹੈ ਜਥੇਬੰਦੀਆਂ ਲਾ ਰਹੀਆਂ ਹੋਈਆਂ। ਔਰ ਜਿਹੜੇ ਖਾੜਕੂ ਸਿੰਘ ਜਿਹੜੇ ਜੇਲ੍ਹਾਂ 'ਚ ਬੈਠੇ ਹੋਏ ਆ ਬੰਦੀ ਹਨ, ਉਹਨਾਂ ਦਾ ਇਹਨਾਂ ਜਥੇਬੰਦੀਆਂ ਨਾਲ ਹੀ ਸੰਬੰਧ ਹੈ ਔਰ ਖਾੜਕੂ ਰੋਲ ਦੇ ਮੋਹਰੀ ਰੋਲ ਉਹਨਾਂ ਦਾ ਉਹਦੇ ਵਿੱਚ ਹੈਗਾ। ਸੋ ਜਦੋਂ ਬੀਜੇਪੀ ਇਸ ਗੱਲ ਨੂੰ ਕਹਿੰਦੇ ਆ ਵੀ ਉਹਨਾਂ ਬੰਦੀਆਂ ਨੂੰ ਅਸੀਂ ਛੱਡਣਾ ਹੈ ਤੇ ਉਹਨਾਂ ਤੇ ਇਹ ਦੂਸ਼ਣ ਲੱਗ ਸਕਦਾ, ਯਾਨੀ ਕਿ ਉਹਨਾਂ ਦਾ ਜਿਹੜੀ ਕਾਂਸਟੀਚੁਐਂਸੀ ਹੈ, ਉਹਨਾਂ ਦਾ ਸਪੋਰਟ ਬੇਸ ਹੈ, ਉਹਦੇ ਵਿੱਚ ਕੋਈ ਇਹੋ ਜਿਹਾ ਸੁਨੇਹਾ ਨਹੀਂ ਦੇਣਾ ਚਾਹੁੰਦੇ ਕਿ ਬੀਜੇਪੀ ਇਹਨਾਂ ਸੋਚ ਵਾਲੀਆਂ ਜਥੇਬੰਦੀਆਂ ਪ੍ਰਤੀ ਸੌਫਟ ਹੈ। ਉਹ ਉਹਨਾਂ ਪ੍ਰਤੀ ਸਖਤ ਰਵੱਈਆ ਹੀ ਬੀਜੇਪੀ ਦਾ ਹੈਗਾ। ਸੋ ਇਹ ਪਰਸੈਪਸ਼ਨ ਜਿਹੜੀ ਆ ਨਾ ਬੀਜੇਪੀ ਇਸ ਸੰਦਰਭ ਦੇ ਵਿੱਚ ਉਹਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਕਰਦੀ ਹੈ ਕਿ ਅਸੀਂ ਉਸ ਵੇਲੇ ਉਸ ਢੰਗ ਨਾਲ ਫੈਸਲਾ ਕਰਾਂਗੇ ਜਦੋਂ ਉਹਨਾਂ ਨੂੰ ਸਿਆਸੀ ਤੌਰ ਤੇ ਉਹਦਾ ਲਾਹਾ ਮਿਲਦਾ ਹੋਵੇ, ਉਹਦਾ ਨੁਕਸਾਨ ਹੋਣ ਦੀ ਸੰਭਾਵਨਾ ਘੱਟ ਹੋਵੇ। ਕਿਉਂਕਿ ਹੁਣ ਜਦੋਂ ਸਿਮਰਨਜੀਤ ਸਿੰਘ ਮਾਨ ਹੋਏ ਜਾਂ ਦੂਸਰੀਆਂ ਜਥੇਬੰਦੀਆਂ ਜਿਨ੍ਹਾਂ ਵਿੱਚ ਖਾੜਕੂ ਮੋਹਰੀ ਰੋਲ ਨਿਭਾ ਰਹੇ ਹੋਏ ਆ, ਜੇ ਉਹਨਾਂ ਦੇ ਪ੍ਰੈਸ਼ਰ ਥੱਲੇ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਹੈ ਤੇ ਉਹਦੇ ਅਰਥ ਹੋਰ ਨਿਕਲਦੇ ਆ। ਬੀਜੇਪੀ
ਬੀਜੇਪੀ ਆਪਣੇ ਢੰਗ ਨਾਲ ਉਹਨਾਂ ਨੂੰ ਛੱਡਦੀ ਹੈ ਔਰ ਆਪਣੀ ਕੋਈ ਦਲੀਲ ਬਣਾ ਕੇ ਛੱਡਦੀ ਹੈ ਤੇ ਉਹਦੇ ਅਰਥ ਹੋਰ ਤਰ੍ਹਾਂ ਕੱਢਣ ਦੀ ਬੀਜੇਪੀ ਕੋਸ਼ਿਸ਼ ਕਰੇਗੀ। ਸੋ ਇਹ ਸਭ ਕੁਝ ਹੀ ਆਪਾਂ ਨੂੰ ਸਿਆਸੀ ਟਰਮਸ ਵਿੱਚ ਹੀ ਸੁਖਵਿੰਦਰ ਜੀ ਸਮਝ ਆ ਸਕਦਾ ਹੈ ਤੇ ਬੀਜੇਪੀ ਦਾ ਮਫਾਦ ਕੀ ਹੈ, ਕਿਸ ਢੰਗ ਨਾਲ ਉਹ ਇਹਨਾਂ ਨੂੰ ਇਸ ਮਸਲੇ ਨੂੰ ਸਮਝਦੀ ਹੈ ਕਿ ਜਿਹਦੇ ਨਾਲ ਉਹਦਾ ਸਪੋਰਟ ਬੇਸ ਜਿਹੜਾ ਹੈ ਉਹਦੇ ਵਿੱਚ ਕਿਸੇ ਕਿਸਮ ਦਾ ਗਲਤ ਸੁਨੇਹਾ ਨਾ ਜਾਏ, ਇਸ ਪ੍ਰਤੀ ਬਹੁਤ ਸੁਚੇਤ ਹੈ ਬੀਜੇਪੀ। ਔਰ ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਸਿੱਖ ਜਥੇਬੰਦੀਆਂ ਸਾਰੀਆਂ ਹੀ ਲਗਭਗ ਜਿਹੜੀਆਂ ਹੈਗੀਆਂ ਉਹ ਅਕਾਲੀ ਦਲ ਬਾਦਲ ਦਾ ਜੋ ਹੈ, ਯਾਨੀ ਕਿ ਬਾਦਲ ਪਰਿਵਾਰ ਦਾ ਜਿਹੜਾ ਕਬਜ਼ਾ ਆਪਾਂ ਕਹੀਏ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਹੈ, ਉਹਦੇ ਵਿਰੁੱਧ ਲਾਮਬੱਧ ਹੋ ਰਹੀਆਂ ਹੋਈਆਂ। ਔਰ SGPC ਦੇ ਇਲੈਕਸ਼ਨ ਦਾ ਜਿਹੜਾ ਹੈਗਾ ਆਉਣ ਵਾਲਾ ਉਹ ਮੁੱਖ ਅਖਾੜਾ ਬਣਨਾ। ਆਪਾਂ ਨੂੰ ਪਤਾ ਸੁਖਵਿੰਦਰ ਜੀ ਕਿ ਜਿਹੜੀ ਵੀ ਧਿਰ SGPC ਤੇ ਕਾਬਜ਼ ਹੋ ਜਾਂਦੀ ਹੈ ਉਹ ਕੇਂਦਰੀ ਅਕਾਲੀ ਦਲ ਮੰਨਿਆ ਜਾਂਦਾ ਹੈ। ਬਾਕੀ ਦਲ ਚਾਹੇ ਹੋਂਦ ਵਿੱਚ ਰਹਿਣ, ਉਹ ਕੇਂਦਰੀ ਨਹੀਂ ਰਹਿੰਦੇ, ਉਹ ਭਾਰੂ ਅਕਾਲੀ ਦਲ ਨਹੀਂ ਰਹਿੰਦੇ, ਨਾ ਜੋ ਉਹਨਾਂ ਨੂੰ ਮਰਜ਼ੀ ਤੁਸੀਂ ਦੇ ਕੇ ਰੱਖੋ। ਸੋ ਇਸ ਕਰਕੇ ਉਹ ਬਹੁਤ ਕ੍ਰਿਟੀਕਲ ਰੋਲ ਹੋਣ ਜਾ ਰਿਹਾ ਆਉਣ ਵਾਲੀਆਂ SGPC ਦੀਆਂ ਇਲੈਕਸ਼ਨ ਦਾ। ਔਰ ਜਿਹੜੀ ਸਭ ਲਾਮਬੰਦੀ ਹੋ ਰਹੀ ਹੋਈ ਹੈ ਉਹ ਬੜੀ ਕਲੀਅਰ ਹੈ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਔਰ ਦੂਸਰੇ ਪਾਸੇ ਇਹ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਹੋ ਰਹੀਆਂ ਹੋਈਆਂ ਉਹਨਾਂ ਦੇ ਚੋਣ ਹੋਣੀ ਹੈ। ਮੇਰੀ ਸਮਝ ਮੁਤਾਬਕ ਬੀਜੇਪੀ ਜਿਹੜੀ ਹੈਗੀ ਹੈ, ਕਿਉਂਕਿ ਉਹਦੀ ਕੋਸ਼ਿਸ਼ ਇਹੀ ਹੈ ਕਿ ਕੋਈ ਵੀ ਇੱਕ ਅਕਾਲੀ ਧਿਰ ਇੰਨੀ ਮਜ਼ਬੂਤ ਨਾ ਹੋਏ ਕਿ ਉਹ ਟਰਮਸ ਡਿਕਟੇਟ ਕਰ ਸਕੇ ਬੀਜੇਪੀ ਨੂੰ। ਬੀਜੇਪੀ ਦੀ ਸਥਿਤੀ ਪੰਜਾਬ ਵਿੱਚ ਇੰਨੀ ਕੁ ਮਜ਼ਬੂਤ ਹੋਣੀ ਚਾਹੀਦੀ ਹੈ ਕਿ ਰਾਦਰ ਉਹ ਸਿੱਖ ਜਥੇਬੰਦੀਆਂ ਨੂੰ ਟਰਮਸ ਡਿਕਟੇਟ ਕਰ ਸਕੇ, ਕਹਿ ਸਕੇ ਵੀ ਆਪਾਂ ਜੇ ਚੱਲਣਾ ਇਕੱਠੇ, ਜੇ ਸਮਝੌਤਾ ਵੀ ਹੋਣਾ ਤੇ ਕਿਹੜੀਆਂ ਟਰਮਸ ਵਿੱਚ ਹੋਣਾ। ਸੋ ਬੀਜੇਪੀ ਦਾ ਹਿੱਤ ਇਹੀ ਹੈ ਕਿ ਅਕਾਲੀ ਦਲ ਵੰਡਿਆ ਰਹੇ, ਧਿਰਾਂ ਅੱਡ ਅੱਡ ਬਣੀਆਂ ਰਹਿਣ ਔਰ ਕੋਈ ਵੀ ਇੱਕ ਧਿਰ ਇੰਨੀ ਮਜ਼ਬੂਤ ਨਾ ਹੋ ਜਾਏ ਕਿ ਜਿਹੜੀ ਇਹਨਾਂ ਨੂੰ ਬੀਜੇਪੀ ਲਈ ਭਾਰੂ ਧਿਰ ਸਾਬਤ ਹੋਏ। ਸੋ ਉਹਨਾਂ ਨੇ ਤੇ ਇਸ ਫੈਸਲੇ ਤੋਂ ਗੱਲ ਕਰਨੀ ਹੈ। ਇਹ ਆਪਾਂ ਦੇਖੋ ਦਲੀਲ ਕੋਈ ਵੀ ਸੁਖਵਿੰਦਰ ਆਈਦਰ ਵੇ ਬਿਲਡ ਕੀਤੀ ਜਾ ਸਕਦੀ ਹੈ ਕਿ ਇੱਥੇ ਪਰਿਵਾਰ ਦਾ ਕਬਜ਼ਾ ਹੈ, ਪਰਿਵਾਰ ਦੇ ਕਬਜ਼ੇ ਨੂੰ ਤੋੜਨਾ ਚਾਹੀਦਾ ਹੈ। ਪਰ ਲਾ ਪਾ ਕੇ ਮੈਨੂੰ ਦੇਖੋ ਇਹਦੇ ਬਾਰੇ ਇਹੀ ਨਜ਼ਰ ਆਉਂਦੀ ਹੈ, ਦਲੀਲ ਇਹੀ ਦਿੱਤੀ ਜਾਂਦੀ ਹੈ ਕਿਉਂਕਿ ਇਹ ਸੂਟ ਕਰਦੀ ਹੈ ਵਿਰੋਧੀ ਧੜਿਆਂ ਨੂੰ, ਹੋਰ ਉਹਨਾਂ ਕੋਲ ਗੱਲ ਕਹਿਣ ਨੂੰ ਨਹੀਂ ਹੈ। ਫਾਰ ਐਗਜ਼ਾਮਪਲ ਜੇ ਮੈਂ ਕਹਾਂ ਵੀ ਇੱਧਰ ਉਲਟ ਜਿਹੜੇ ਧੜੇ ਨੇ ਉਹਨਾਂ ਵਿੱਚ ਕਿਹੜੇ ਬੰਦੇ ਨੇ ਜਿਨ੍ਹਾਂ ਦੇ ਵਿੱਚ ਪਰਿਵਾਰਵਾਦ ਨਹੀਂ ਹੈ। ਫਾਰ ਐਗਜ਼ਾਮਪਲ ਆਪਾਂ ਕਹੀਏ ਕਿ ਆਪਾਂ ਸੰਗਰੂਰ ਵਾਲੇ ਲੀਡਰ ਸਾਡੇ ਢੀਂਡਸਾ ਸਾਹਿਬ ਹੈ ਨਾ ਮੁੱਖ, ਉਹਨਾਂ ਵਿੱਚ ਪਰਿਵਾਰਵਾਦ ਨਹੀਂ ਹੈ। ਜਾਂ ਬੀਬੀ ਜਗੀਰ ਕੌਰ ਆਪਾਂ ਕਹੀਏ ਉਹਨਾਂ ਵਿੱਚ ਪਰਿਵਾਰਵਾਦ ਨਹੀਂ ਹੈ। ਜਾਂ ਬਾਕੀ ਪਹਿਲੇ ਜਿਹੜੇ ਸੱਜਣ ਆਏ ਆ ਜਿਹੜੇ ਵਿਰੋਧੀ ਧਿਰਾਂ ਦੇ, ਉਹਨਾਂ 'ਚ ਪਰਿਵਾਰਵਾਦ ਨਹੀਂ ਹੈ। ਇਹ ਪਰਿਵਾਰਵਾਦ ਜਿਹੜਾ ਹੈਗਾ ਹੈ ਇਹ ਸਾਰੇ ਹੀ ਸਿਆਸੀ ਪਾਰਟੀਆਂ ਵਿੱਚ, ਸਿਆਸੀ ਲੀਡਰਾਂ ਦੇ ਵਿੱਚ ਘਰ ਕਰ ਚੁੱਕਿਆ। ਇਹ ਸਾਡੇ ਸਿਆਸੀ ਕਲਚਰ ਦਾ ਹਿੱਸਾ ਬਣ ਚੁੱਕਿਆ ਹੋਇਆ। ਮੇਰੇ ਮੁਤਾਬਕ ਤੇ ਇਹ ਪਰਿਵਾਰਵਾਦ ਇੰਨਾ ਵੱਡਾ ਦੂਸ਼ਣ ਨਹੀਂ ਜਿੰਨਾ ਇਹ ਹੈ ਕਿ ਧਾਰਮਿਕ ਅਦਾਰੇ ਯਾਨੀ ਕਿ SGPC ਧਾਰਮਿਕ ਅਦਾਰਾ ਹੈ, ਮੁੱਢਲੇ ਤੌਰ ਤੇ ਧਾਰਮਿਕ ਪ੍ਰਬੰਧਨ ਦਾ ਅਦਾਰਾ ਹੈ। ਇਹਦੇ ਵਿੱਚ ਸਿਆਸੀ ਬੰਦਿਆਂ ਦਾ ਦਖਲ ਨਹੀਂ ਹੋਣਾ ਚਾਹੀਦਾ, ਚਾਹੇ ਉਹ ਬਾਦਲ ਕੇ ਹੋਣ ਤੇ ਚਾਹੇ ਢੀਂਡਸਿਆਂ ਦੇ ਹੋਣ, ਚਾਹੇ ਬੀਬੀ ਜਗੀਰ ਕੌਰ ਹੋਣ, ਜਿਹੜਾ ਵੀ ਸਿਆਸੀ ਹੈ, ਸਿਆਸੀ ਬੰਦਿਆਂ ਦੀ ਦਖਲ ਅੰਦਾਜ਼ੀ ਮੋਹਰਲਾ ਰੋਲ ਨਹੀਂ ਹੋਣਾ ਚਾਹੀਦਾ। ਉਹ ਲੀਡਰਸ਼ਿਪ ਉਹਨਾਂ ਕੋਲ ਨਹੀਂ ਹੋਣੀ ਚਾਹੀਦੀ, ਪਿੱਛੇ ਲੈ ਕੇ ਉਹ ਸਪੋਰਟ ਕਰਨੀ ਚਾਹੀਦੀ ਹੈ। ਔਰ ਸਹੀ ਮਾਅਨਿਆਂ ਵਿੱਚ ਉਹ ਬੰਦੇ ਜਿਨ੍ਹਾਂ ਦੀ ਧਾਰਮਿਕ ਸੋਚ ਹੈ ਔਰ ਜਿਹੜੇ ਕਿ ਸਹੀ ਮਾਅਨਿਆਂ ਦੇ ਵਿੱਚ ਗੁਰੂ ਘਰ ਦੇ ਪ੍ਰਬੰਧਨ ਨੂੰ ਵਚਨਬੱਧ ਹਨ ਔਰ ਉਸ ਨੂੰ ਠੀਕ ਢੰਗ ਨਾਲ ਗੁਰੂ ਦੀ ਗੋਲਕ ਨੂੰ ਵਰਤਣਾ ਚਾਹੁੰਦੇ ਆ, ਸਿਆਸੀ ਮਫਾਦ ਲਈ ਨਹੀਂ ਵਰਤਣਾ ਚਾਹੁੰਦੇ, ਅਜਿਹੇ ਬੰਦਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਸੁਖਵਿੰਦਰ ਜੀ। ਤਾਂ ਤੇ ਗੱਲ ਸਹੀ ਮਾਅਨਿਆਂ ਵਿੱਚ ਅਸੀਂ ਸਮਝਦੇ ਹਾਂ ਕਿ ਸਿੱਖ ਸੰਸਥਾਵਾਂ ਠੀਕ ਲੀਹਾਂ ਤੇ ਤੁਰ ਸਕਦੀਆਂ। ਪਰ ਜੇ ਇੱਕ ਸਿਆਸੀ ਜਿਹੜਾ ਢਾਂਚਾ ਨੂੰ ਹਟਾ ਕੇ ਦੂਸਰਾ ਸਿਆਸੀ ਧਿਰ ਨੂੰ ਉਹ ਸਬਸਟੀਟਿਊਟ ਕਰ ਦਿਓ ਤੇ ਉਹਦੇ ਵਿੱਚ ਕੋਈ ਸੁਖਵਿੰਦਰ ਜੀ ਮੈਨੂੰ ਤੇ ਕੋਈ ਫਰਕ ਪੈਂਦਾ ਨਜ਼ਰ ਨਹੀਂ ਆਉਂਦਾ। ਉਹਦੇ 'ਚ A ਦੀ ਥਾਂ B ਆ ਗਿਆ, B ਦੀ ਥਾਂ C ਆ ਗਿਆ, ਤੇ ਉਹ ਹੈ ਤੇ ਸਿਆਸੀ ਬੰਦੇ ਨਾ।
ਮੈਨੂੰ ਮੇਰੇ ਮੁਤਾਬਕ ਇਹ ਗੱਲ ਨਹੀਂ ਹੈ। ਇਹਨੂੰ ਸਿਆਸੀ ਪੈਂਤੜਿਆਂ ਤੋਂ ਪਾਸੇ ਰੱਖ ਕੇ ਕੋਈ ਅਜਿਹੀ ਲਹਿਰ ਉਸਾਰਨ ਦੀ ਲੋੜ ਹੈ ਕਿ ਸਹੀ ਮਾਨਿਆਂ ਵਿੱਚ ਧਾਰਮਿਕ ਬਿਰਤੀ ਵਾਲੇ ਬੰਦੇ ਉਹ ਅੱਗੇ ਆਉਣ ਔਰ SGPC ਦੇ ਵਿੱਚ ਆਪਣੀਆਂ ਸੇਵਾਵਾਂ ਆਫਰ ਕਰਨ। ਸੰਗਤਾਂ ਮੇਰਾ ਖਿਆਲ ਹੈ ਅਜਿਹੇ ਬੰਦਿਆਂ ਨੂੰ ਪ੍ਰਵਾਨ ਕਰ ਲੈਣਗੀਆਂ ਤੇ ਸਿਆਸੀਆਂ ਨੂੰ ਜਿਹੜਾ ਹੈ ਉਹ ਪਾਸੇ ਕਰਨ ਦੀ ਲੋੜ ਹੈ। ਇਹ ਪੈਂਤੜਾ ਜੇ ਅਡਾਪਟ ਕੀਤਾ ਜਾਏ ਸੁਖਵਿੰਦਰ ਜੀ ਤੇ ਇਹ ਵਧੇਰੇ ਲਾਹੇਵੰਦਾ ਹੋਣ ਦੀ ਸੰਭਾਵਨਾ ਹੈ ਸਿੱਖ ਪੰਥ ਨੂੰ। ਜੀ ਸੁਖਵਿੰਦਰ ਜੀ। ਡਾਕਟਰ ਸਾਹਿਬ, ਜਦੋਂ ਤੁਸੀਂ ਕਹਿੰਦੇ ਹੋ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੰਭਾਲਦਾ ਉਹੀ ਅਕਾਲੀ ਦਲ, ਕੇਂਦਰੀ ਅਕਾਲੀ ਦਲ ਮੰਨਿਆ ਜਾਂਦਾ ਜਾਂ ਉਹੀ ਅਕਾਲੀ ਦਲ ਮਜ਼ਬੂਤ ਮੰਨਿਆ ਜਾਂਦਾ, ਪਰ ਪਿਛਲੇ ਸਮੇਂ ਦੇ ਨਤੀਜਿਆਂ ਨੇ ਦੱਸਤਾ ਕਿ ਇਹ ਤਾਂ ਸਾਫ਼ ਹੀ ਨਜ਼ਰ ਆਉਂਦਾ ਕਿ ਅਕਾਲੀ ਦਲ, ਬਾਦਲ ਪਰਿਵਾਰ ਕਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਦੀ ਜਾਂ ਜਥੇਦਾਰ ਦੀ ਜਾਂ ਮੈਂਬਰਾਂ ਦੀ ਉਹ ਸਾਰੀ ਨਿਯੁਕਤੀ ਜਿਵੇਂ ਹੁੰਦੀ ਹੈ ਜੋ ਉਹਨਾਂ ਦੇ ਖਾਸ ਨਜ਼ਦੀਕੀ ਨੇ ਉਹਨਾਂ ਦੇ ਹੱਥ ਵਿੱਚ ਆਉਂਦੀ ਹੈ। ਪਰ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਉਹ ਅਕਾਲੀ ਦਲ ਨੂੰ ਲਗਾਤਾਰ ਨਿਘਾਰ 'ਚ ਲੈ ਕੇ ਗਿਆ, ਉਹ ਉਸ ਤਰੀਕੇ ਦਾ ਮਜ਼ਬੂਤ ਨਜ਼ਰ ਨਹੀਂ ਆਇਆ। ਫਿਰ ਇਸ ਸਭ ਦੇ ਵਿਚਾਲੇ ਜੇ ਮੰਨ ਲਓ ਕਿ ਭਵਿੱਖ ਦੇ ਵਿੱਚ ਭਾਜਪਾ ਜਿਹੜੀ ਆ ਉਹ ਸਿੱਧੇ ਢੰਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹੁੰਦੀ ਹੈ, ਮਤਲਬ ਕਿ ਢੀਂਡਸਾ ਗਰੁੱਪ ਜਾਂ ਕੋਈ ਹੋਰ ਗਰੁੱਪ ਜਿਹੜਾ ਵੀ ਲੱਗਦਾ ਹੈ ਕਿ ਭਾਜਪਾ ਦੀ ਛਤਰਛਾਇਆ ਦੇ ਹੇਠ ਆ, ਜੇ ਉਹ ਉੱਥੇ ਕਾਬਜ਼ ਹੁੰਦੇ ਨੇ ਤਾਂ ਕੀ ਸਮਝਿਆ ਜਾਵੇ ਕਿ ਭਾਜਪਾ ਪੰਜਾਬ ਦੇ ਵਿੱਚ ਮਜ਼ਬੂਤ ਧਿਰ ਵਜੋਂ ਉੱਭਰ ਸਕਦੀ ਹੈ, ਜਾਂ ਫਿਰ ਕੀ ਪੰਜਾਬ ਦਾ ਭਗਵਾਂਕਰਨ ਕਰਨ 'ਚ ਭਾਜਪਾ ਜਿਹੜੀ ਹੈ ਸਫਲ ਹੋ ਸਕਦੀ ਹੈ? ਜਾਂ ਫਿਰ ਇਹ ਵੀ ਇੱਕ ਸਵਾਲ, ਕਿਉਂਕਿ ਸਵਾਲ ਬੜੇ ਉੱਠਦੇ ਇਹਦੇ ਤੇ, ਕਿ ਭਾਜਪਾ ਹੁਣ ਪੰਜਾਬ ਦੇ ਵਿੱਚ ਭਗਵਾਂਕਰਨ ਕਰਨ ਦੇ ਵਿੱਚ ਸਫਲ ਹੋ ਰਹੀ ਹੈ, ਕੀ ਥੋੜਾ ਬਹੁਤਾ ਵੀ ਭਗਵਾਂਕਰਨ ਪੰਜਾਬ ਨੂੰ ਲੱਗ ਰਿਹਾ? ਸੁਖਵਿੰਦਰ ਜੀ, ਇਹ ਮਸਲਾ ਬਹੁਤ ਗੰਭੀਰ ਹੈ ਔਰ ਮੈਨੂੰ ਲੱਗਦਾ ਹੈ ਕਿ ਸਿੱਖ ਮਾਨਸਿਕਤਾ ਦੇ ਵਿੱਚ ਭਗਵਾ ਕਰਨ ਦੇ ਵਿਰੁੱਧ ਜਿਹੜੀ ਹੈ ਉਹ ਬੜਾ ਸਟਰੋਂਗ ਸੈਂਟੀਮੈਂਟ ਹੈ। ਕੋਈ ਵੀ ਧਿਰ ਜਿਹਦੇ ਤੇ ਇਹ ਦੂਸ਼ਣ ਲੱਗ ਗਿਆ ਕਿ ਇਹ ਬੀਜੇਪੀ ਦਾ ਦੁਮਛਾਲਾ ਜਾਂ ਪਿਛਲੱਗ ਬਣ ਕੇ ਚੋਣ ਲੜਨ ਦੀ ਕੋਸ਼ਿਸ਼ ਕਰ ਰਹੇ ਆ ਜਾਂ ਧਿਰ ਵਿੱਚ ਵਿਚਰ ਰਹੀ ਹੈ, ਉਹ ਤੁਸੀਂ ਦੇਖਣਾ ਉਹ ਸਿੱਖ ਸੰਗਤਾਂ ਨੇ ਨਕਾਰ ਦੇਣੀ ਆ, ਉਹ ਪ੍ਰਵਾਨ ਨਹੀਂ ਹੋਣੀ। ਲੱਖ ਕੋਸ਼ਿਸ਼ ਕਰ ਲੈ ਬੀਜੇਪੀ ਔਰ ਉਹਦੇ ਨਾਲ ਜਿਹਦੇ ਤੇ ਵੀ ਠਾਪਾ ਲੱਗ ਗਿਆ। ਫਾਰ ਐਗਜ਼ਾਮਪਲ, ਇਹ ਪਿਛਲੀ ਇਲੈਕਸ਼ਨ 'ਚ ਵੀ ਆਪਾਂ ਦੇਖਿਆ ਜਦੋਂ ਪ੍ਰਧਾਨ ਦੀ ਚੋਣ ਹੋਈ ਆ ਨਾ ਜੀ, ਇਹ SGPC ਦੇ ਪ੍ਰਧਾਨ ਦੀ, ਤੇ ਅਕਾਲੀ ਦਲ ਬਾਦਲ ਦੇ ਕੈਂਡੀਡੇਟ ਤੇ ਅਕਾਲੀ ਦਲ ਬਾਦਲ ਵੱਲੋਂ ਇਹੀ ਐਲੀਗੇਸ਼ਨ ਲਾਇਆ ਗਿਆ ਸੀਗਾ ਕਿ ਬੀਬੀ ਜਗੀਰ ਕੌਰ ਨੂੰ ਸ਼ਾਇਦ BJP ਦੀ ਔਰ ਕੇਂਦਰੀ ਤਾਕਤਾਂ ਦੀ ਹੈਗੀ ਹੈ, ਜਿਹਦੇ ਵਿੱਚ ਸਿਰਸਾ ਸਾਹਿਬ ਤੇ ਲਾਲਪੁਰਾ ਸਾਹਿਬ ਦੇ ਥਰੂ ਉਹਨਾਂ ਨੇ ਕਈ, ਉਹ ਆਪਾਂ ਨੂੰ ਪਤਾ ਹੈ ਕਿ ਵੀਡੀਓਜ਼ ਵੀ ਉਹਨਾਂ ਨੇ ਉਹ ਦਿਖਾਈਆਂ, ਜ਼ਾਹਰ ਕੀਤੀਆਂ। ਸੋ ਉਹ ਤੋਂ ਸਾਨੂੰ ਬੜਾ ਸਪਸ਼ਟ ਹੈ ਕਿ ਉਸ ਪੱਖ ਤੋਂ ਸਾਰੇ ਹੀ ਸਜਗ ਹਨ। ਮੇਰਾ ਆਪਣਾ ਯਕੀਨ ਔਰ ਮੰਨਣਾ ਇਹ ਹੈ ਕਿ ਜਿਹੜੀਆਂ ਵੀ ਧਿਰਾਂ ਸੁਤੰਤਰ ਰੂਪ ਵਿੱਚ ਇਲੈਕਸ਼ਨ ਲੜਨਗੀਆਂ ਅਕਾਲੀ ਦਲ ਦੇ ਵਿਰੁੱਧ, ਉਹ ਹਰ ਕੋਸ਼ਿਸ਼ ਕਰਨਗੀਆਂ ਕਿ ਅਸੀਂ BJP ਦੇ ਸਹਿਯੋਗੀ ਨਹੀਂ ਹਾਂ। ਉਹ ਜ਼ਾਹਰਾ ਤੌਰ ਤੇ ਇਹੀ ਸਟੈਂਡ ਲੈਣਗੇ। ਇਨਡਾਇਰੈਕਟਲੀ ਉਹ ਠੀਕ ਹੈ ਕਿ ਉਹਨਾਂ ਨੂੰ ਸਪੋਰਟ ਮਿਲਦੀ ਜਾਂ ਨਹੀਂ ਮਿਲਦੀ, ਤਾਂ ਜ਼ਾਹਰਾ ਤੌਰ ਤੇ ਪੈਂਤੜਾ ਸਾਰਿਆਂ ਨੂੰ ਇਹੀ ਲੈਣਾ ਪੈਣਾ ਹੈ ਕਿ ਅਸੀਂ ਸੁਤੰਤਰ ਰੂਪ ਵਿੱਚ ਪੰਥਕ ਪਾਰਟੀ ਦੇ ਤੌਰ ਤੇ ਵਿਚਰਨਾ ਚਾਹੁੰਦੇ ਹਾਂ। ਅਸੀਂ ਕਿਸੇ ਪਾਰਟੀ ਦੇ ਪਿਛਲੱਗ ਬਣ ਕੇ ਨਹੀਂ ਚੱਲਣਾ ਚਾਹੁੰਦੇ। ਤੇ ਜਦੋਂ BJP ਆਪਾਂ ਕਹੀਏ ਭਗਵਾ ਕਰਨ ਦੀ ਤੁਸੀਂ ਗੱਲ ਕਰਦੇ ਹੋ ਕਿ ਯਾਰ ਇਹ ਤਾਂ ਬੇਸਿਕਲੀ ਤੇ ਇੱਕ ਘੁਸਪੈਠ, ਯਾਨੀ ਕਿ ਸਿੱਖ ਸੰਸਥਾਵਾਂ ਤੇ BJP ਇਨਡਾਇਰੈਕਟਲੀ ਕਬਜ਼ਾ ਕਰਨਾ ਚਾਹੁੰਦੀ, ਜਿਸ ਤਰ੍ਹਾਂ ਉਹਨਾਂ ਨੇ ਦਿੱਲੀ ਦੇ ਉੱਪਰ ਕਰ ਲਿਆ ਹੋਇਆ ਨਾ। ਆਪਾਂ ਨੂੰ ਉੱਥੇ ਜ਼ਾਹਰਾ ਤੌਰ ਤੇ ਨਾ ਕਿ ਦਿੱਲੀ ਦੇ ਹੀ ਉਹ ਕਾਰਕੁਨ ਹਨ ਤੇ ਉਹ ਉਹਨਾਂ ਦੇ ਕਬਜ਼ੇ ਵਿੱਚ ਇਸ ਵੇਲੇ ਹੈਗੀ ਹੈ। ਪਰ ਮੈਨੂੰ ਲੱਗਦਾ ਕਿ ਪੰਜਾਬ ਦੀ ਸਿਆਸਤ ਔਰ ਪੰਜਾਬ ਦੀ ਸਿੱਖ ਮਾਨਸਿਕਤਾ ਦਿੱਲੀ ਦੀ ਸਿੱਖ ਮਾਨਸਿਕਤਾ ਨਾਲੋਂ ਭਿੰਨ ਹੈ। ਇੱਥੇ ਕਈ ਕਾਰਨ ਹੈ ਜਿਹਦੀ ਵਜ਼ਾਹਤ ਆਪਾਂ ਫਿਰ ਕਿਸੇ ਵੇਲੇ ਕਰ ਲਾਂਗੇ, ਪਰ ਮੋਟੇ ਤੌਰ ਤੇ ਇਹੀ ਹੈ ਸੁਖਵਿੰਦਰ ਜੀ ਕਿ ਪੰਜਾਬ ਦੀ ਸਿੱਖ ਮਾਨਸਿਕਤਾ ਦੇ ਵਿੱਚ BJP ਦੀ ਘੁਸਪੈਠ ਹੋਣ ਦੀ ਸੰਭਾਵਨਾ ਮੈਨੂੰ ਨਜ਼ਰ ਨਹੀਂ ਆਉਂਦੀ। ਇਹਦਾ ਭਗਵਾਕਰਨ ਨਹੀਂ ਹੋ ਸਕਦਾ। ਇੱਥੋਂ ਦੀ ਜਿਹਨੂੰ ਕਹੀਏ ਕਿ ਸਿੱਖ ਮਾਨਸਿਕਤਾ ਦੀ ਵਿੱਚ ਜਿਹੜੀ ਨਾਬਰੀ ਪਈ ਹੋਈ ਹੈ ਦਿੱਲੀ ਪ੍ਰਤੀ, ਉਹਨੇ ਉਹਨਾਂ ਨੂੰ ਇੱਥੇ ਕਾਮਯਾਬ ਨਹੀਂ ਹੋਣ ਦੇਣਾ। ਔਰ ਜੇ ਕਿਤੇ ਇਹ ਜਿਹੜਾ ਆਪਾਂ ਇੰਪ੍ਰੈਸ਼ਨ ਬਣ ਗਿਆ ਵਿਰੋਧੀ ਧਿਰਾਂ ਦਾ, ਜਿਹਦੀ ਕਿ ਆਪਾਂ ਜਿਨ੍ਹਾਂ ਨੂੰ ਲੀਡ ਕਰ ਰਹੇ ਹੋਏ ਹੈ ਢੀਂਡਸਾ ਸਾਹਿਬ ਜਾਂ ਬੀਬੀ ਜੀ ਜਾਂ ਹੋਰ, ਤੇ ਇਹ ਬਣ ਗਈ ਤੇ ਫਿਰ ਇਹਦੇ ਵਿੱਚ ਤੁਸੀਂ ਦੇਖ ਲੈਣਾ ਫਿਰ ਜਿੱਤ ਉਹਨਾਂ ਦੀ ਹੋਣੀ ਹੈ ਟ੍ਰੈਡੀਸ਼ਨਲ ਕਿਸਮ ਦੇ ਲੋਕਾਂ ਦੀ।
ਉਹਦੇ ਵਿੱਚ ਖਾੜਕੂ ਧਿਰਾਂ ਕੁਝ ਹੋ ਸਕਦੀਆਂ, ਕੁਝ ਬਾਦਲ ਕੇ ਹੋ ਸਕਦੇ ਆ। ਇਹਨਾਂ ਧਿਰਾਂ ਨੇ ਫਿਰ ਪਛੜ ਜਾਣਾ ਜਦੋਂ ਜਿਨ੍ਹਾਂ ਤੇ ਇਹ ਠਾਪਾ ਲੱਗ ਗਿਆ ਕਿ ਇਹਨਾਂ ਨੂੰ ਸ਼ਹਿ ਮਿਲੀ ਹੋਈ ਹੈ ਬੀਜੇਪੀ ਦੀ ਜਾਂ ਭਗਵਾ ਕਰਨ ਦੀਆਂ ਫੋਰਸਸ ਦੀ, ਉਹ ਪਛੜ ਜਾਣਗੀਆਂ ਸੁਖਵਿੰਦਰ ਜੀ। ਸਿੱਖ ਮਾਨਸਿਕਤਾ ਪੰਜਾਬ ਦੀ ਜਿੰਨੀ ਕੁ ਮੈਨੂੰ ਸਮਝ ਹੈ ਉਹਦੇ ਮੁਤਾਬਕ ਉਹ ਇੱਥੇ ਕਾਮਯਾਬ ਹੋਣ ਦੀ ਸੰਭਾਵਨਾ ਮੈਨੂੰ ਨਹੀਂ ਨਜ਼ਰ ਆ ਰਹੀ ਸੁਖਵਿੰਦਰ ਜੀ। ਜੀ ਹਾਲਾਂਕਿ ਡਾਕਟਰ ਸਾਹਿਬ, ਜੇ ਬਾਕੀ ਸਿਆਸੀ ਧਿਰਾਂ ਦੀ ਆਪਾਂ ਗੱਲ ਕਰ ਲਈਏ, ਆਮ ਆਦਮੀ ਪਾਰਟੀ ਤਾਂ ਕਹਿੰਦੀ ਹੈ ਕਿ ਅਸੀਂ ਧਾਰਮਿਕਤਾ ਦੇ ਮਸਲਿਆਂ ਤੋਂ ਦੂਰ ਰਹਿਣਾ, ਪਰ ਜੋ ਕੁਝ ਅਰਵਿੰਦ ਕੇਜਰੀਵਾਲ ਕੌਮੀ ਪੱਧਰ ਦੇ ਉੱਤੇ ਕਰਦੇ ਨੇ, ਜਾਂ ਫਿਰ ਉਹਨਾਂ ਤਸਵੀਰਾਂ ਜਾਂ ਉਹਨਾਂ ਦੇ ਬਿਆਨ, ਜਿਵੇਂ ਕਿ ਮੈਂ ਹਨੂਮਾਨ ਜੀ ਦਾ ਭਗਤ ਹਾਂ ਜਾਂ ਹਨੂਮਾਨ ਚਾਲੀਸਾ ਪੜ੍ਹਦਾ, ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ, ਜਦੋਂ ਅਸੀਂ ਇਸ ਸਭ ਨੂੰ ਪੰਜਾਬ ਦੇ ਸੰਦਰਭ ਵਿੱਚ ਦੇਖਦੇ ਆ ਕਿ ਆਮ ਆਦਮੀ ਪਾਰਟੀ ਜੇ ਮੰਨ ਲਓ ਕਿ ਸਿੱਖ ਸਿਆਸਤ ਨੂੰ ਆਪਣੇ ਵੱਲ ਪ੍ਰਭਾਵਿਤ ਕਰਨਾ ਚਾਹੁੰਦੀ ਹੈ, ਜਾਂ ਕਾਂਗਰਸ ਜਿਸ ਤਰੀਕੇ ਦੇ ਨਾਲ ਭਾਰਤ ਜੋੜੋ ਯਾਤਰਾ ਦੇ ਤਹਿਤ ਰਾਹੁਲ ਗਾਂਧੀ ਦੇ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਆਪਣਾ ਝੰਡਾ ਫਹਿਰਾ ਰਹੀ ਹੈ, ਇਹਨੂੰ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਭਾਜਪਾ ਤੇ ਅਕਾਲੀ ਦਲ ਦੀ ਸਿਆਸਤ ਤਾਂ ਗੁੱਝੀ ਜਿਹੜੀ ਹੈ ਉਹ ਸਭ ਦੇ ਸਾਹਮਣੇ ਨੰਗੇ ਚਿੱਟੇ ਰੂਪ ਵਿੱਚ ਨਜ਼ਰ ਵੀ ਆਉਂਦੀ ਹੈ ਕਿਤੇ ਕਿਤੇ, ਪਰ ਇਹਨਾਂ ਦੀ ਜਿਹੜੀ ਹੈ ਉਹ ਉਸ ਤਰੀਕੇ ਨਾਲ ਨਜ਼ਰ ਨਹੀਂ ਆਉਂਦੀ ਕਿ ਇਹ ਕਹਿਣ ਕਿ ਅਸੀਂ ਦੇ ਲੰਬਰਦਾਰ ਆ। ਸੁਖਵਿੰਦਰ ਜੀ, ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਤੁਸੀਂ ਗੱਲ ਕਰ ਰਹੇ ਹੋਏ ਹੋ, ਮੇਰਾ ਆਪਣਾ ਇਹ ਹੈਗਾ ਕਿ ਉਹ ਸਿੱਖ ਦੇ ਤੌਰ ਤੇ ਜਿਹੜੇ ਵੀ ਬੰਦੇ ਹੈਗੇ ਆਪਣੀ ਇੱਛਾ ਮੁਤਾਬਕ ਉਹ ਜ਼ਰੂਰ ਆਪਣਾ ਰੋਲ ਪਲੇ ਕਰਨਗੇ, ਵੋਟ ਪਲੇ ਕਰਨਗੇ, ਪਰ ਆਮ ਆਦਮੀ ਪਾਰਟੀ ਦੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਨਵੋਲਵ ਆਪਣੇ ਆਪ ਨੂੰ ਨਹੀਂ ਕਰੇਗੀ, ਨਾ ਉਹਨੂੰ ਕਰਨਾ ਚਾਹੀਦਾ, ਨਾ ਉਹਨਾਂ ਲਈ ਇਹ ਲਾਹੇਵੰਦ ਹੋਣਾ। ਇਹ ਸਿੱਖ ਜੋ ਮੈਂਬਰ ਹਨ ਆਮ ਆਦਮੀ ਪਾਰਟੀ ਦੇ, ਉਹ ਆਪਣੀ ਸੋਚ ਮੁਤਾਬਕ, ਆਪਣੀ ਪ੍ਰੈਫਰੈਂਸ ਮੁਤਾਬਕ ਹੀ ਸੰਭਾਵਨਾ ਇਹੀ ਹੈ ਕਿ ਉਹ ਆਪਣਾ ਰੋਲ ਪਲੇ ਕਰਨਗੇ ਆਉਣ ਵਾਲੀਆਂ SGPC ਦੇ ਇਲੈਕਸ਼ਨ ਦੇ ਵਿੱਚ। ਇੱਕ ਤੁਸੀਂ ਦੇਖਿਆ ਹੋਣਾ ਕਿ ਬਾਈ ਐਂਡ ਲਾਰਜ ਤੁਸੀਂ ਦੇਖੋ ਕਿ ਜਦੋਂ ਵੀ ਕਿਤੇ ਕੋਈ ਸਰਕਾਰੀ ਧਿਰ ਦਾ ਨੁਮਾਇੰਦਾ ਆਉਂਦਾ ਨਾ ਜੀ, ਜਦੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ SGPC ਦੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਕੋਈ ਇਹੋ ਜਿਹੀ ਸੰਸਥਾ ਬਣਾ ਕੇ ਚੋਣ ਲੜੀ ਜਾਏ, ਤੇ ਆਪਾਂ ਨੂੰ ਪਤਾ ਵੀ ਕੈਰੋਂ ਤੋਂ ਵੱਧ ਤੇ ਤਾਕਤਵਰ ਕੋਈ ਹੈ ਨਹੀਂ ਸੀ ਨਾ ਚੀਫ ਮਿਨਿਸਟਰ ਉਦੋਂ ਤੇ ਅਕਾਲੀ ਦਲ ਸਿਆਸੀ ਤੌਰ ਤੇ ਇੰਨਾ ਮਜ਼ਬੂਤ ਵੀ ਨਹੀਂ ਸੀਗਾ, ਤੇ ਇੰਨਾ ਮਜ਼ਬੂਤ ਚੀਫ ਮਿਨਿਸਟਰ ਸੀ ਜਿਹਨੂੰ ਪੂਰੀ ਸਪੋਰਟ ਸੀ ਸੈਂਟਰ ਦੀ ਨਹਿਰੂ ਵੇਲੇ। ਤੇ ਤੁਹਾਨੂੰ ਪਤਾ ਹੈ ਕਿ ਸਾਧ ਸੰਗਤ ਬੋਰਡ ਬਣਾਏ ਤੇ ਹੋਰ ਬਣਾਏ, ਹਾਲਾਂਕਿ ਉਹ ਕਾਂਗਰਸੀਆਂ ਦਾ ਅਕਾਲੀ ਪਿਛੋਕੜ ਵੀ ਸੀਗਾ ਔਰ ਉਹਨਾਂ ਦੇ ਪ੍ਰਧਾਨ ਵੀ ਰਹੇ ਸੀ SGPC ਦੇ ਬਾਵਜੂਦ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਮੂੰਹ ਦੀ ਖਾਣੀ ਪਈ ਸੀ। ਔਰ ਅਕਾਲੀ ਧੜਾ ਜਿਹਨੇ ਕੋਈ ਗਿਆਨੀ ਕਰਤਾਰ ਸਿੰਘ ਵਾਲਾ, ਉਹ ਕੈਰੋਂ ਦੇ ਨਾਲ ਹੀ ਸੀ, ਤੁਹਾਨੂੰ ਪਤਾ ਮੰਤਰੀ ਵੀ ਸੀਗਾ, ਪਰ ਉਹ ਇਸ ਕਰਕੇ ਕਿ ਸਿੱਖ ਮਾਨਸਿਕਤਾ ਜਿਹੜੀ ਹੈ ਨਾ, ਉਹ ਧਾਰਮਿਕ ਮਾਮਲਿਆਂ ਦੇ ਵਿੱਚ ਕਿਸੇ ਸਿਆਸੀ ਧਿਰ ਦੇ ਦਖਲ ਨੂੰ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਹੈ। ਉਹ ਚਾਹੇ ਕੋਈ ਹੋਵੇ, ਚਾਹੇ BJP ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ। ਔਰ ਆਮ ਆਦਮੀ ਪਾਰਟੀ ਦਾ ਤਾਂ ਪੈਂਤੜਾ ਹੀ ਮੁੱਢਲੇ ਤੌਰ ਤੇ ਇਹੀ ਹੈ ਕਿ ਉਹ ਇਹਨਾਂ ਗੱਲਾਂ ਤੋਂ ਆਪਣੇ ਆਪ ਨੂੰ ਨਿਰਲੇਪ ਰੱਖਣਾ ਚਾਹੁੰਦੀ ਹੈ ਜੋ ਉਹਨਾਂ ਦਾ ਪੋਲੀਟੀਕਲ ਸਟਾਂਸ ਹੈ, ਔਰ ਮੇਰੇ ਮੁਤਾਬਕ ਇਹ ਉਹਨਾਂ ਦਾ ਸਟਾਂਸ ਠੀਕ ਹੈ। ਉਹਨਾਂ ਨੂੰ ਏਦਾਂ ਹੀ ਕਰਨਾ ਚਾਹੀਦਾ, ਉਹਨਾਂ ਨੂੰ ਕੋਈ ਲਾਹਾ ਨਹੀਂ ਇੱਥੋਂ ਮਿਲਣ ਲੱਗਾ, ਸਗੋਂ ਨੁਕਸਾਨ ਹੀ ਹੋ ਸਕਦਾ ਹੈ ਕਿ ਉਹ ਇਸ ਤਰ੍ਹਾਂ ਦੇ ਡਾਇਰੈਕਟਲੀ ਉਹ SGPC ਦੀਆਂ ਇਲੈਕਸ਼ਨ ਦੇ ਵਿੱਚ ਇਨਵੋਲਵ ਕਰਨ। ਕਾਂਗਰਸ ਜ਼ਰੂਰ ਕਰੇਗੀ ਕਿਉਂਕਿ ਉਹਦਾ ਪਿਛੋਕੜ ਹੈਗਾ, BJP ਵਾਲੇ ਜ਼ਰੂਰ ਕਰਨਗੇ ਕਿਉਂਕਿ ਉਹਨਾਂ ਦੀ ਆਪਣੀ ਇੱਕ ਖਾਸ ਕਿਸਮ ਦੀ ਇੱਛਾ ਹੈਗੀ ਹੈ ਕਿ ਸਾਡੀ ਸਿੱਖ ਸੰਗਤਾਂ ਦੇ ਵਿੱਚ ਕੋਈ ਠਾਹਰ ਬਣੇ, ਤੇ ਉਹ ਇਸ ਤਰੀਕੇ ਨਾਲ ਵੋਟਾਂ ਰਾਹੀਂ ਉਹ ਆਪਣੀ ਠਾਹਰ ਬਣਾਉਣਾ ਚਾਹੁੰਗੇ। ਉਹ ਹੋਰ ਤਰ੍ਹਾਂ ਦੇ ਪੈਂਤੜੇ ਨੇ, ਪਰ ਆਮ ਆਦਮੀ ਪਾਰਟੀ ਦਾ ਮੈਨੂੰ ਸੰਭਾਵਨਾ ਸੁਖਵਿੰਦਰ ਜੀ ਨਜ਼ਰ ਨਹੀਂ ਆਉਂਦੀ। ਜੀ ਤਾਂ ਮੈਂ ਅਖੀਰ ਦੇ ਵਿੱਚ ਜਾਣਨਾ ਚਾਹਾਂਗੇ ਕਿ ਫਿਰ तमाम ਸਿੱਖ ਮਸਲਿਆਂ ਦਾ ਹੱਲ ਕੀ ਹੈ? ਜੇ ਕਈ ਹੁਣ ਇਹ ਨੇ ਕਿ ਉਹ ਸਿਆਸਤ ਵਾਲੇ ਪਾਸੇ ਸਿੱਖ ਮਸਲਿਆਂ ਨੂੰ ਨਹੀਂ ਦੇਖਦੇ, ਉਹ ਆਪਣੇ ਤੌਰ ਉੱਤੇ ਦੇਖਦੇ ਨੇ, ਸੁਤੰਤਰ ਤੌਰ ਉੱਤੇ ਦੇਖਦੇ ਨੇ, ਉਹ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਸਿੱਖ ਮਸਲਿਆਂ ਦੀ ਗੱਲ ਜਦੋਂ ਵੀ ਆਉਂਦੀ ਹੈ ਉਹਨਾਂ ਸਭ ਦੇ ਉੱਤੇ, ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਮੌਰਤਾ ਦੀ ਗੱਲ ਆਉਂਦੀ ਹੈ, ਤੁਸੀਂ ਕਿਵੇਂ ਦੇਖਦੇ ਹੋ ਕਿ ਹੱਲ ਕਿਹੜੇ ਪਾਸੇ ਨੂੰ ਹੋਵੇ, ਜਾਂ ਕਿਹੜੀ ਧਿਰ ਇਸ ਤਰ੍ਹਾਂ ਦੀ ਹੈ, ਜਾਂ ਕਿਹੜੀ ਧਿਰ ਇਸ ਤਰ੍ਹਾਂ ਦੀ ਬਣ ਸਕਦੀ ਹੈ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਖੁਦਮੁਖਤਿਆਰੀ ਜਾਂ ਸਿੱਖ ਮਸਲਿਆਂ ਦੀ ਪੈਰਵਾਈ ਕਰੇ, ਜਾਂ ਤਕਰੀਬਨ ਪੰਜਾਬੀਆਂ ਦੇ ਸਾਰੇ ਮਸਲਿਆਂ ਨੂੰ ਅੱਗੇ ਲੈ ਕੇ ਜਾਵੇ ਜੋ ਕੁਝ ਅਕਾਲੀ ਦਲ ਦੇ ਪੈਰੋਂ ਹੁੰਦਾ ਸੀ?
ਸੁਖਵਿੰਦਰ ਜੀ ਦੇਖੋ, ਇਹ ਫਿਰ ਡਿਪੈਂਡ ਇਹ ਕਰਦਾ ਹੈ ਕਿ ਆਪਾਂ ਜੇ ਸਿੱਖ ਮਸਲਿਆਂ ਦੀ ਗੱਲ ਜਾਂ ਪੰਜਾਬ ਦੇ ਮਸਲਿਆਂ ਨੂੰ ਕਰਦੇ ਹਾਂ ਤੇ ਉਹ ਲਗਭਗ ਅਸੀਂ ਉਹਨਾਂ ਨੂੰ ਸਿਨੋਨਿਮਸ ਮੰਨ ਲੈਂਦੇ ਹਾਂ, ਕਿਉਂਕਿ ਸਿੱਖ ਮਸਲੇ ਬਾਈ ਐਂਡ ਲਾਰਜ ਉਹ ਪੰਜਾਬ ਨਾਲ ਸੰਬੰਧਿਤ ਨੇ, ਜ਼ਿਆਦਾ ਸਿੱਖ ਮੈਜੋਰਿਟੀ ਪੰਜਾਬ ਵਿੱਚ ਹੈ। ਪਰ ਜਦੋਂ ਆਪਾਂ ਸਪੋਜ਼ ਇਹਨੂੰ ਪੰਜਾਬ ਨਾਲ ਹੀ ਰਲਗੱਡ ਕਰਨ ਦੀ ਕੋਸ਼ਿਸ਼ ਕਰਦੇ, ਹਾਲਾਂਕਿ ਸਿੱਖ ਮਸਲੇ ਉਹ ਪੰਜਾਬ ਤੋਂ ਪਰਾਂ ਵੀ ਹੈ, ਬਾਹਰ ਵੀ ਹੈ, ਵਿਸ਼ਵ ਵਿਆਪੀ ਹੈਗੇ ਹੈ, ਤੇ ਪੰਜਾਬੋਂ ਬਾਹਰ ਵੀ ਆਪਾਂ ਨੂੰ ਪਤਾ ਮਸਲੇ ਪਏ ਹੋਏ ਆ। ਸੋ ਆਪਾਂ ਨੂੰ ਨਖੇੜਾ ਕਰਨ ਦੀ ਲੋੜ ਹੈ। ਜਦੋਂ ਅਸੀਂ ਪੰਜਾਬ ਦੇ ਸਿੱਖਾਂ ਦੇ ਮਸਲਿਆਂ ਦੀ ਗੱਲ ਕਰਦੇ ਹਾਂ ਤੇ ਪੈਂਤੜਾ ਹੋਰ ਹੈ। ਜਦੋਂ ਅਸੀਂ ਸਿੱਖ ਸਮਾਜ ਵੱਡਾ ਸਮੂਹ ਜਿਸ ਨੂੰ ਆਪਾਂ ਕਹਿੰਦੇ ਜਿਹੜਾ ਪੰਜਾਬ ਤੋਂ ਬਾਹਰ ਵੀ ਬੈਠਾ ਹੈ ਤੇ ਦੁਨੀਆ ਭਰ 'ਚ ਬੈਠਾ ਹੈ, ਉਹ ਫਿਰ ਸਮੱਸਿਆ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ। ਜਿੱਥੋਂ ਤੱਕ ਪੰਜਾਬ ਦੇ ਸਿੱਖਾਂ ਦੇ ਮਸਲਿਆਂ ਦੀ ਗੱਲ ਹੈ, ਉਹ ਮੈਨੂੰ ਲੱਗਦਾ ਹੈ ਕਿ ਉਹਦੇ ਲਈ ਰੀਜਨਲ ਪਾਰਟੀ ਤੋਂ ਬਿਨਾਂ ਉਹਨਾਂ ਦੇ ਹੱਲ ਹੋਣ ਦੀ ਸੰਭਾਵਨਾ ਨਹੀਂ ਹੁੰਦੀ। ਕੋਈ ਵੀ ਰਾਸ਼ਟਰੀ ਪਾਰਟੀ ਕੋਈ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਬੀਜੇਪੀ ਹੋਵੇ, ਚਾਹੇ ਆਪ ਹੋਵੇ, ਚਾਹੇ ਕੋਈ ਹੋਰ ਬਣ ਕੇ ਆ ਜਾਏ, ਉਹ ਰਾਸ਼ਟਰੀ ਪਾਰਟੀ ਦੀਆਂ ਜਿਹੜੀਆਂ ਨੇ ਉਹ ਸੀਮਾਵਾਂ ਹੁੰਦੀਆਂ। ਰਾਸ਼ਟਰੀ ਪਾਰਟੀ ਨੇ ਹੋਰ ਢੰਗ ਨਾਲ ਵਿਚਰਨਾ ਹੁੰਦਾ ਹੈ, ਇੱਕ ਖੇਤਰੀ ਪਾਰਟੀ ਨੇ ਹੋਰ ਢੰਗ ਨਾਲ ਵਿਚਰਨਾ ਹੁੰਦਾ ਹੈ। ਆਪਾਂ ਨੂੰ ਪਤਾ ਹੈ ਕਿ ਖੇਤਰੀ ਪਾਰਟੀ ਦਾ ਰੁਝਾਨ ਜਿਹੜਾ ਹੈ ਔਰ ਉਹਨਾਂ ਦਾ ਸਪੋਰਟ ਬੇਸ ਵੀ ਹੁੰਦਾ ਹੈ, ਉਹ ਸਿਰਫ ਉਹ ਖੇਤਰ ਦਾ ਹੀ ਹੁੰਦਾ। ਸੋ ਪੰਜਾਬ ਦੇ ਮਸਲਿਆਂ ਦਾ ਹੱਲ ਤੇ ਇਹ ਹੈ ਕਿ ਇੱਕ ਮਜ਼ਬੂਤ ਖੇਤਰੀ ਪਾਰਟੀ ਦੀ ਇੱਥੇ ਲੋੜ ਹੈ। ਉਹ ਰੋਲ ਜਿਹੜਾ ਅਕਾਲੀ ਦਲ ਕਿਸੇ ਵੇਲੇ ਕਰਦਾ ਰਿਹਾ ਸੀਗਾ, ਹੁਣ ਜਿੰਨਾ ਚਿਰ ਅਕਾਲੀ ਦਲ ਮੁੜ ਕੇ ਲੀਹਾਂ ਤੇ ਨਹੀਂ ਆਉਂਦਾ, ਉਹਨਾਂ ਚਿਰ ਉਹਨਾਂ ਨੂੰ ਪੁਰਜ਼ੋਰ ਢੰਗ ਨਾਲ ਖੇਤਰੀ ਮੰਗਾਂ ਜਿਹੜੀਆਂ ਹੈਗੀਆਂ ਇੱਥੋਂ ਦੀਆਂ, ਉਹਨਾਂ ਨੂੰ ਪੁਰਜ਼ੋਰ ਇਫੈਕਟਿਵ ਜਿਸ ਨੂੰ ਆਪਾਂ ਕਹਿੰਦੇ ਢੰਗ ਨਾਲ ਉਹ ਪੇਸ਼ ਕਰਨ ਦੀ ਇਸ ਵੇਲੇ ਫੌਰੀ ਤੌਰ ਤੇ ਸੰਭਾਵਨਾ ਨਜ਼ਰ ਨਹੀਂ ਆਉਂਦੀ। ਇਸ ਵੇਲੇ ਖਲਾ ਹੈ, ਸਪੇਸ ਖਾਲੀ ਪਿਆ ਹੋਇਆ ਹੈ ਸੁਖਵਿੰਦਰ ਜੀ। ਕੋਸ਼ਿਸ਼ ਕੀਤੀ ਜਾ ਰਹੀ ਹੈ, ਚਾਹੇ ਹੁਣ ਆਪਾਂ ਨੂੰ ਪਤਾ ਹੈ ਕਿ ਅਕਾਲੀ ਦਲ ਬਾਦਲ ਵਾਲੇ ਵੀ ਕਹਿੰਦੇ ਨੇ ਕਿ ਅਸੀਂ ਖੇਤਰੀ ਪਾਰਟੀ ਹੈ ਤੇ ਸਾਡੀ ਵਚਨਬੱਧਤਾ ਹੈ, ਅਸੀਂ ਉਹਦੇ ਨਾਲ ਨਿਭਾਂਗੇ। ਪਰ ਜਿਸ ਕਿਸਮ ਦਾ ਉਹਨਾਂ ਦਾ ਪਿਛਲਾ ਰੋਲ ਰਿਹਾ ਹੈ, ਜਿਸ ਕਿਸਮ ਦੀ ਉਹਨਾਂ ਦੀ ਛਵੀ ਬਣ ਚੁੱਕੀ ਹੈ ਸਿੱਖ ਮਾਨਸਿਕਤਾ ਨੇ, ਇਹਨੇ ਵੀ ਉਹਨਾਂ ਨੂੰ ਨਕਾਰ ਦਿੱਤਾ ਹੋਇਆ, ਤਾਂ ਉਹ ਸਪੇਸ ਖਾਲੀ ਪਈ ਹੋਈ ਹੈ। ਅਕਾਲੀ ਦਲ ਜਿੰਨਾ ਚਿਰ ਮੁੜ ਕੇ ਲੀਹਾਂ ਤੇ ਨਹੀਂ ਆਉਂਦਾ, ਆਪਣਾ ਦ੍ਰਿਸ਼ਟੀਕੋਣ ਨਹੀਂ ਬਦਲਦਾ, ਆਪਣਾ ਢਾਂਚਾਗਤ ਤਬਦੀਲੀਆਂ ਨਹੀਂ ਕਰਦਾ, ਆਪਣੀਆਂ ਗਲਤੀਆਂ ਤੋਂ ਸਬਕ ਨਹੀਂ ਸਿੱਖਦਾ, ਉਹਨਾਂ ਚਿਰ ਮੁੜ ਕੇ ਉਹ ਸਥਾਪਿਤ ਹੋਣ ਦੀਆਂ ਸੰਭਾਵਨਾ ਘੱਟ ਹਨ। ਉਹਨਾਂ ਤੇ ਪ੍ਰਸ਼ਨ ਚਿੰਨ੍ਹ ਆਪਾਂ ਨੂੰ ਪਤਾ ਸੁਖਵਿੰਦਰ ਜੀ। ਸੋ ਇਹ ਹੈ, ਇੱਕ ਤੇ ਹੈਗਾ ਕਾਂਸਟੀਟਿਊਸ਼ਨਲ ਫਰੇਮਵਰਕ 'ਚ, ਉਹ ਤੇ ਸਿਰਫ ਰੀਜਨਲ ਪਾਰਟੀ ਹੀ ਇੱਕ ਕਰ ਸਕਦੀ ਹੈ, ਉਹ ਹੈ। ਇੱਕ ਹੈ ਦੂਸਰਾ ਪੈਂਤੜਾ ਜਿਸ ਨੂੰ ਆਪਾਂ ਖਾਲਿਸਤਾਨੀ ਪੈਂਤੜਾ ਕਹਿੰਦੇ ਆ, ਉਹ ਹੈਗਾ, ਉਹ ਵੀ ਇੱਕ ਚੋਣਾਂ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਮਾਨ ਵਾਲਿਆਂ ਦਾ ਪੈਂਤੜਾ ਹੈ, ਜਾਂ ਸਾਡੇ ਪੁਰਾਣੇ ਜਿਹੜੇ MP ਇੱਥੋਂ ਦੇ ਰਹੇ ਪਟਿਆਲਾ ਦੇ ਹੀ ਆਪਣੇ ਮੈਨੂੰ ਨਾਂ ਇਸ ਵੇਲੇ ਯਾਦ ਭੁੱਲ ਗਿਆ, ਅਤਿੰਦਰਪਾਲ ਸਿੰਘ ਜੀ। ਉਹਨਾਂ ਦਾ ਵੀ ਇਹ ਸੀ ਕਿ ਅਸੀਂ ਸੰਵਿਧਾਨਕ ਤਰੀਕਿਆਂ ਨਾਲ ਖਾਲਿਸਤਾਨ ਦੀ ਪ੍ਰਾਪਤੀ ਕਰ ਸਕਦੇ ਹੈਗੇ ਆ। ਸੋ ਉਹ ਇੱਕ ਪੈਂਤੜਾ ਉਹ ਹੈ, ਔਰ ਇੱਕ ਹੈਗਾ ਕਿ ਓਪਨ ਹੈ, ਕਿ ਅਸੀਂ ਕੋਈ ਵੀ ਤਰੀਕਾ ਇਹ ਕਾਰ ਅਡਾਪਟ ਕਰ ਸਕਦੇ ਹਾਂ, ਕਿ ਸਾਨੂੰ ਸੰਵਿਧਾਨਕ ਤਰੀਕਿਆਂ ਨਾਲ ਸਾਨੂੰ ਆਜ਼ਾਦ ਪੰਜਾਬ ਖਾਲਿਸਤਾਨ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ। ਅਸੀਂ ਕਿਸ ਢੰਗ ਨਾਲ ਲੈਣਾ, ਉਹ ਸਮੇਂ ਮੁਤਾਬਕ ਜਿਹੋ ਜਿਹੇ ਪੈਂਤੜਿਆਂ ਦੀ ਲੋੜ ਰਹੇਗੀ, ਉਹੋ ਜਿਹੇ ਪੈਂਤੜੇ ਅਸੀਂ ਅਡਾਪਟ ਕਰ ਲਵਾਂਗੇ। ਸੋ ਇਹ ਵੱਖ-ਵੱਖ ਅਪਰੋਚਸ ਹੈਗੀਆਂ, ਆਪਾਂ ਉਹਨਾਂ ਨੂੰ ਰਲਗੱਡ ਨਹੀਂ ਕਰਨਾ ਚਾਹੀਦਾ ਮੋਟੇ ਤੌਰ ਤੇ, ਕਿਉਂਕਿ ਆਪਾਂ ਸੰਵਿਧਾਨਕ ਫਰੇਮਵਰਕ ਦੀ ਗੱਲ ਕਰ ਰਹੇ ਹਾਂ ਤੇ ਉਹ ਹੈਗਾ ਵੋਟ ਪੋਲਿਟਿਕਸ ਦਾ, ਲਿਬਰਲ ਡੈਮੋਕ੍ਰੈਟਿਕ ਪੋਲਿਟਿਕਸ ਦਾ, ਜਿਹਦੇ ਵਿੱਚ ਪਾਰਟੀਆਂ ਵਿਚਰਦੀਆਂ। ਉਹਦੀ ਸੰਭਾਵਨਾ ਇੱਕ ਮਜ਼ਬੂਤ ਰੀਜਨਲ ਪਾਰਟੀ ਦੀ ਹੀ ਇਹ ਇੱਥੇ ਰੋਲ ਹੈ, ਔਰ ਉਹਦੀ ਲੋੜ ਹੈ ਸੁਖਵਿੰਦਰ ਜੀ। ਉਹੋ ਜਿਹਾ ਕਿਸ ਢੰਗ ਨਾਲ ਉਹ ਹੁੰਦਾ ਹੈ, ਇਹ ਅਲੱਗ ਮਸਲਾ ਹੈ ਕਿ ਉਹ ਕਿਸ ਢੰਗ ਨਾਲ ਹੋਵੇ। ਅਕਾਲੀ ਦਲ ਸੁਰਜੀਤ ਕੀਤਾ ਜਾਂਦਾ ਤੇ ਕਿਸ ਢੰਗ ਨਾਲ ਹੋਵੇ, ਜਾਂ ਉਹਦੇ ਥਾਂ ਕੋਈ ਹੋਰ ਰੀਜਨਲ ਫੋਰਸ ਬਣ ਕੇ ਉੱਭਰਦੀ ਹੈ ਤੇ ਉਹ ਕਿਹੋ ਜਿਹੀ ਹੋਏਗੀ, ਉਹਦੀ ਰੂਪ ਰੇਖਾ ਕੀ ਹੋਏਗੀ। ਇਹ ਬੜੀਆਂ ਜਿਹਨੂੰ ਕਹੀਏ ਨਾ ਇਫਸ ਐਂਡ ਬਟਸ ਨੇ, ਇਹ ਉਹ ਖਾਲੀ ਪਈ ਹੋਈ ਹੈ। ਸੋ ਇਹ ਇਸ ਤਰ੍ਹਾਂ ਦਾ ਮਾਹੌਲ ਹੈ ਸੁਖਵਿੰਦਰ ਜੀ, ਮੋਟੇ ਤੌਰ ਤੇ ਇਹ ਹੈ ਜੀ। ਮੇਰੇ ਧਿਆਨ 'ਚ ਡਾਕਟਰ ਸਾਹਿਬ ਅਖੀਰ 'ਚ ਇੱਕ ਹੋਰ ਸਵਾਲ ਆਇਆ ਕਿ ਜਦੋਂ ਪੰਜਾਬ ਦੇ ਇਸ ਸਾਰੇ ਸਿਨੈਰੀਓ ਨੂੰ ਦੇਖਦੇ ਆ
ਕਾਂਗਰਸ ਆਪਣੇ ਦਮ ਤੇ ਇਲੈਕਸ਼ਨ ਲੜ ਰਹੀ ਹੈ, ਕਾਂਗਰਸ ਆਪਣੇ ਦਮ ਤੇ ਸੱਤਾ ਦੇ ਵਿੱਚ ਆ ਜਾਂਦੀ ਹੈ। ਰਹੀ ਗੱਲ ਆਮ ਆਦਮੀ ਪਾਰਟੀ ਦੀ, ਇਹਨਾਂ ਨੇ ਵੀ ਕਿਸੇ ਦੀ ਸਪੋਰਟ ਨਹੀਂ ਲਈ, ਇਹ ਆਪਣੇ ਦਮ ਤੇ ਸੱਤਾ ਦੇ ਵਿੱਚ ਆ ਗਏ। ਅਕਾਲੀ ਦਲ ਜਦੋਂ ਵੀ ਆਇਆ ਇਹਨਾਂ ਨੇ ਭਾਜਪਾ ਦੀ ਸਪੋਰਟ ਲਈ ਹੈ, ਜਾਂ ਜਿਸ ਵੀ ਢੰਗ ਦੇ ਨਾਲ ਲਈ ਹੈ ਪਿਛਲੇ ਕੁਝ ਸਮੇਂ ਤੋਂ, ਤੇ ਗੱਠਜੋੜ ਟੁੱਟਣ ਤੋਂ ਬਾਅਦ ਹੁਣ ਵੀ ਸੰਭਾਵਨਾਵਾਂ ਕਿਤੇ ਨਾ ਕਿਤੇ ਤਲਾਸ਼ੀਆਂ ਜਾਂਦੀਆਂ ਕਿ ਗੱਠਜੋੜ ਹੋ ਜਾਵੇ, ਜਾਂ ਇਸ ਤਰੀਕੇ ਦੀਆਂ ਗੱਲਾਂ, ਜਾਂ ਬਸਪਾ ਦੇ ਨਾਲ ਗੱਠਜੋੜ ਕੀਤਾ ਬਜਾਏ ਕਿਸੇ ਗੱਠਜੋੜ ਦੇ। ਅਕਾਲੀ ਦਲ ਜਿਹੜਾ ਹੁਣ ਆਪਣਾ ਭਵਿੱਖ ਜਿਹੜਾ ਉਹ ਨਹੀਂ ਦੇਖਦਾ। ਕੀ ਇਹਦਾ ਮਤਲਬ ਇਹ ਸਮਝ ਲਿਆ ਜਾਵੇ ਕਿ ਅਕਾਲੀ ਦਲ ਦੇ ਜ਼ਰੀਏ ਜਿਹੜੀ ਸਿਆਸਤ ਹੁੰਦੀ ਸੀ, ਪੰਥਕ ਸਿਆਸਤ, ਉਹ ਹੁਣ ਪੰਜਾਬ ਦੇ ਵਿੱਚੋਂ ਉਸ ਕਿਸਮ ਦੀ ਨਹੀਂ ਰਹੀ, ਉਹ ਖਤਮ ਹੋ ਚੁੱਕੀ ਹੈ, ਜਾਂ ਉਹ ਮਤਲਬ ਕਿ ਬਾਹਰ ਨੂੰ ਪਲਾਨ ਕਰ ਚੁੱਕੀ ਹੈ ਕਿ ਬਾਹਰ ਜਾ ਕੇ ਸਿੱਖਾਂ ਦਾ ਰੁਝਾਨ ਜਾਂ ਉੱਥੋਂ ਦੀ ਪੰਥਕ ਸਿਆਸਤ ਹੋਰ ਹੋ ਚੁੱਕੀ ਹੈ। ਤੇ ਸਾਡੇ ਇੱਥੇ ਜਿਹੜੇ ਅਕਾਲੀ ਦਲ ਦੇ ਨਾਲ ਜੁੜੇ ਸੀ, ਜਿਨ੍ਹਾਂ ਨੂੰ ਜਥੇਦਾਰ ਕਿਹਾ ਜਾਂਦਾ ਸੀ, ਉਹ ਸਾਰਾ ਕੁਝ ਮਤਲਬ ਖਤਮ ਹੋ ਚੁੱਕਿਆ। ਨੌਜਵਾਨ ਪੀੜ੍ਹੀ ਇਸ ਪਾਸੇ ਵੱਲ ਜੁੜਦੀ ਨਹੀਂ, ਉਹਦਾ ਵੀ ਇੱਕ ਬੜਾ ਵੱਡਾ ਪ੍ਰਭਾਵ ਪੈਂਦਾ। ਤਾਂ ਕਰਕੇ ਅਕਾਲੀ ਦਲ ਜਿਹੜਾ ਉਹ ਆਪਣੇ ਆਪ ਨੂੰ ਪੰਜਾਬੀ ਪਾਰਟੀ ਵਜੋਂ ਪੇਸ਼ ਕਰਦਾ। ਸੁਖਵਿੰਦਰ ਜੀ, ਤੁਸੀਂ ਠੀਕ ਕਹਿ ਰਹੇ ਹੋ। ਇਹ ਮਸਲਾ ਆ ਗਿਆ ਹੁਣ ਆਪਾਂ ਨੂੰ ਅਕਾਲੀ ਦਲ ਇੱਕ ਸਿਆਸੀ ਜਮਾਤ ਦੇ ਤੌਰ ਤੇ, ਕਿ ਉਹਦਾ ਜਿਹੜਾ ਹੈ ਪਿਛੋਕੜ ਕੀ ਸੀ, ਵਰਤਮਾਨ ਕੀ ਹੈ, ਤੇ ਉਹਦਾ ਭਵਿੱਖ ਹੋਣ ਦਾ ਕੀ ਹੈ, ਤੇ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ। ਉਹ ਹੈ ਕਿ ਕੁਝ ਗੱਲਾਂ ਜਿਹੜੀਆਂ ਨਾ ਇੱਕ ਕਿਸੇ ਵੀ ਖਿੱਤੇ ਦੀ ਜਿਹੜੀ ਹੈ ਡੈਮੋਗ੍ਰਾਫੀ ਤੇ ਨਿਰਭਰ ਕਰਦੀਆਂ, ਔਰ ਕਿਸੇ ਵੀ ਸਿਆਸੀ ਜਮਾਤ ਦਾ ਜਿਹੜਾ ਸਮਾਜਿਕ ਆਧਾਰ ਹੈ ਉਹ ਤੇ ਨਿਰਭਰ ਕਰਦੀਆਂ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਹ ਜ਼ਾਹਰਾ ਤੌਰ ਤੇ ਪੰਥਕ ਜਮਾਤ ਦੇ ਤੌਰ ਤੇ ਉਭਰੀ। ਪੰਥਕ ਜਮਾਤ ਤੋਂ ਮਤਲਬ ਇਹ ਹੈ ਕਿ ਸਿੱਖ ਭਾਈਚਾਰੇ ਦੀ ਰਾਜਨੀਤਿਕ ਪ੍ਰਤੀਨਿਧਤਾ ਕਰਨ ਵਾਲੀ ਜਮਾਤ। ਜਦੋਂ ਕਿਸੇ ਖਾਸ ਭਾਈਚਾਰੇ ਦੀ ਪ੍ਰਤੀਨਿਧਤਾ ਕਰਨ ਦੀ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ, ਤੇ ਇਹ 'ਚ ਕੋਈ ਸ਼ੱਕ ਨਹੀਂ ਕਿ ਉਹ ਫਿਰ ਤੁਸੀਂ ਉਸ ਭਾਈਚਾਰੇ ਤੱਕ ਸੀਮਤ ਹੋ ਜਾਂਦੇ ਹੋ। ਜਦੋਂ ਸੀਮਤ ਹੋ ਜਾਂਦੇ ਹੋ ਤੇ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਉਹ ਤੁਸੀਂ ਸੁਤੰਤਰ ਰੂਪ ਵਿੱਚ, ਕਿਉਂਕਿ ਸਿਰਾਂ ਦੀ ਗਿਣਤੀ ਹੈ, ਤੇ ਉਹ ਫਿਰ ਤੁਸੀਂ ਤਾਕਤ ਹਾਸਲ ਨਹੀਂ ਕਰ ਸਕਦੇ। ਕਿਉਂਕਿ ਇਲੈਕਟੋਰਲ ਪੋਲਿਟਿਕਸ ਵਿੱਚ ਸਿਰਾਂ ਦੀ ਗਿਣਤੀ ਹੈ, ਤੇ ਸਿਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਹੁਣ ਆਪਣੇ 59% ਹੀ ਹੈ ਨਾ, 57-58% ਸਿੱਖਾਂ ਦੀ ਗਿਣਤੀ ਹੈ, ਤੇ ਉਹਦੇ ਵਿੱਚ ਵੀ ਅੱਗੇ ਕਈ ਵੰਡੀਆਂ ਪਈਆਂ ਹੋਈਆਂ ਸਾਡੀ ਪੰਥਕ ਯਾਨੀ ਕਿ ਸਿੱਖ ਭਾਈਚਾਰੇ ਦੇ ਵਿੱਚ। ਤੇ ਜੇ ਆਪਾਂ ਕਹੀਏ ਕਿ ਉਹ ਸੁਤੰਤਰ ਰੂਪ ਦੇ ਵਿੱਚ ਉਹ ਤਾਕਤ ਵਿੱਚ ਆ ਜਾਣ, ਉਹ ਸਿਰਫ ਐਕਸੈਪਸ਼ਨਲ ਕੇਸਿਸ ਵਿੱਚ ਹੀ ਹੁੰਦਾ ਹੈ, ਜਦੋਂ ਯਕਜਹਿਤੀ ਹੋ ਜਾਏ। ਬਿਲਕੁਲ ਆਪਾਂ ਨੂੰ ਪਤਾ ਕਿ ਖਾੜਕੂਵਾਦ ਵੇਲੇ ਜਦੋਂ ਇਲੈਕਸ਼ਨਸ ਹੋਈਆਂ, ਉਦੋਂ ਵਿਰੋਧੀ ਧਿਰਾਂ ਬਿਲਕੁਲ ਜਿਹੜੀਆਂ ਕਹੀਏ ਕਿ ਉਹ ਆਈਸੋਲੇਟ ਹੋ ਗਈਆਂ ਸੀ, ਤੇ ਉਹ ਇਹਨੇ ਵੇ ਉਹ ਮਤਲਬ ਉਹਨਾਂ ਨੇ ਪਾਰਟੀਸਪੇਟ ਹੀ ਨਹੀਂ ਕੀਤਾ ਡਰ ਦੇ ਮਾਹੌਲ ਵਿੱਚ। ਉਦੋਂ ਤੇ ਆਪਾਂ ਨੂੰ ਪਤਾ ਹੈ ਕਿ ਇੱਕ ਵੇਲੇ ਅਕਾਲੀ ਦਲ ਉਹ ਸੁਤੰਤਰ ਰੂਪ 'ਚ ਆਪਾਂ ਨੂੰ ਪਤਾ ਹੈ ਕਿ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਜਿੱਤ ਗਿਆ ਸੀਗਾ, ਤੇ ਉਹ ਆਪਣੀਆਂ ਅਸੈਂਬਲੀ ਦੀਆਂ ਵੀ ਜਿੱਤਿਆ ਸੀਗਾ। ਪਰ ਉਹ ਬੜੇ ਐਕਸੈਪਸ਼ਨਲ ਕੇਸਿਸ ਹੁੰਦੇ ਆ। ਆਪਾਂ ਨੂੰ ਕਹੀਏ ਕਿ ਨਾਰਮਲ ਕੇਸਿਸ ਜਿਹੜਾ ਹੈ ਨਾ, ਨਾਰਮਲ ਮਾਹੌਲ ਹੁੰਦਾ, ਉਹਦੇ ਵਿੱਚ ਸੁਖਵਿੰਦਰ ਜੀ ਕਿਸੇ ਇੱਕ ਭਾਈਚਾਰੇ ਦੇ ਪ੍ਰਤੀਨਿਧ ਦੀ ਸੰਭਾਵਨਾ ਤਾਕਤ ਵਿੱਚ ਆਉਣ ਦੀ ਘੱਟ ਹੈ ਪੰਜਾਬ ਦੇ ਵਿੱਚ। ਤਾਂ ਇਹਦੇ ਵਿੱਚ ਇਹ ਨਿਹਿਤ ਹੈ ਡੈਮੋਕ੍ਰੈਟਿਕ ਪੋਲਿਟਿਕਸ ਦੇ ਵਿੱਚ ਕਿ ਤੁਹਾਨੂੰ ਦੂਸਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਤੁਰਨਾ ਹੀ ਪੈਣਾ। ਚਾਹੇ ਉਹਨਾਂ ਦੀਆਂ ਸਿਆਸੀ ਜਥੇਬੰਦੀਆਂ ਦੇ ਨਾਲ ਤੁਸੀਂ ਸਮਝੌਤਾ ਕਰਕੇ ਤੁਰੋ, ਤੇ ਜਾਂ ਉਸ ਭਾਈਚਾਰੇ ਦੇ ਲੋਕਾਂ ਦੇ ਵਿੱਚ ਆਪਣਾ ਆਧਾਰ ਕਾਇਮ ਕਰੋ। ਸੋ ਅਕਾਲੀ ਦਲ ਨੇ ਇਹਦੇ ਵਿੱਚੋਂ ਹੀ ਉਹਨਾਂ ਦੀ ਇਹ ਪੈਂਤੜਾ ਨਿਕਲਿਆ ਕਿ ਜੇ ਅਸੀਂ ਆਪਣੇ ਬੀਜੇਪੀ ਤੇ ਨਿਰਭਰ ਹੋਣ ਦੀ ਬਜਾਏ ਸੁਤੰਤਰ ਰੂਪ ਵਿੱਚ ਆਪਣਾ ਆਧਾਰ ਹਿੰਦੂ ਭਾਈਚਾਰੇ ਦੇ ਵਿੱਚ ਆਪਾਂ ਕ੍ਰੀਏਟ ਕਰ ਲਈਏ, ਤੇ ਉਹਦੇ ਲਈ ਪੰਜਾਬੀ ਪਾਰਟੀ ਦੇ ਤੌਰ ਤੇ ਜੇ ਵਿਚਰੀਏ, ਤੇ ਫਿਰ ਇਹਦੀ ਸੰਭਾਵਨਾ ਹੈਗੀ ਆ ਕਿ ਅਸੀਂ ਸਿਆਸੀ ਤਰੀਕੇ ਨਾਲ ਵੋਟ ਪੋਲਿਟਿਕਸ ਰਾਹੀਂ ਤਾਕਤ ਵਿੱਚ ਆ ਸਕਦੇ ਹਾਂ। ਸੋ ਉਸ ਅਪਰੋਚ ਚੋਂ ਹੀ ਇਹ ਵਿੱਚੋਂ ਪਾਰਟੀ ਕਿ ਅਸੀਂ ਪੰਜਾਬੀ ਪਾਰਟੀਆਂ, ਅਸੀਂ ਹਿੰਦੂ ਭਾਈਚਾਰੇ ਦੇ ਵਿੱਚ ਸੁਤੰਤਰ ਰੂਪ ਦੇ ਵਿੱਚ ਆਪਣਾ ਬੇਸ ਕਾਇਮ ਕਰਨਾ। ਹੁਣ ਅਪਰੋਚ ਇਹ ਹੈ, ਇੱਕ ਹੈਗਾ ਕਿ ਤੁਸੀਂ ਸਿਰਫ ਤੇ ਸਿਰਫ ਪੰਥਕ ਪਾਰਟੀ ਦੇ ਤੌਰ ਤੇ ਵਿਚਰੋ,
ਔਰ ਕਿਸੇ ਹਿੰਦੂ ਭਾਈਚਾਰੇ ਦੀ ਪ੍ਰਤੀਨਿਧ ਜਮਾਤ ਦੇ ਨਾਲ ਸਮਝੌਤਾ ਕਰਕੇ ਲੈਣ ਦੇਣ ਕਰਕੇ ਚੱਲੋ। ਦੂਸਰਾ ਹੈਗਾ ਕਿ ਤੁਸੀਂ ਸਾਰੇ ਹੀ ਫਿਰਕਿਆਂ ਦੇ ਵਿੱਚ ਪ੍ਰਵਾਨਿਤ ਹੋ ਜਾਓ ਔਰ ਉਹਦੇ ਵਿੱਚ ਵੀ ਆਪਣਾ ਆਧਾਰ ਸਿਰਜ ਲਓ। ਇਹਨਾਂ ਚੋਂ ਕਿਹੜੀ ਅਪਰੋਚ ਠੀਕ ਹੈਗੀ ਹੈ? ਮੇਰੇ ਮੁਤਾਬਕ ਤੇ ਪਾਰਟੀ ਜਿਹੜੀ ਪੰਜਾਬੀ ਪਾਰਟੀ ਵਾਲੀ ਅਪਰੋਚ ਸਿਧਾਂਤਕ ਰੂਪ ਵਿੱਚ ਇਹਦੇ 'ਚ ਕੁਝ ਗਲਤ ਨਹੀਂ ਹੈ, ਕਿਉਂਕਿ ਇਹਦੇ ਵਿੱਚ ਇਹ ਹੈ ਕਿ ਪੰਥਕ ਸਰੋਕਾਰਾਂ ਨਾਲ ਕਿਸੇ ਕਿਸਮ ਦੀ ਜਦੋਂ ਤੁਸੀਂ ਉਹ ਕੰਪਰੋਮਾਈਜ਼ ਕਰਦੇ ਹੋ, ਫਿਰ ਸਮੱਸਿਆ ਉਹਦੇ ਕਾਰਨ ਹੋਰ ਹੈ। ਪੰਜਾਬੀ ਪਾਰਟੀ ਦੇ ਵਿੱਚ ਜਦੋਂ ਲੀਡਰਸ਼ਿਪ ਅਕਾਲੀਆਂ ਕੋਲ ਹੈ, ਸਿੱਖਾਂ ਕੋਲ ਹੈ, ਲੀਡਰਸ਼ਿਪ ਹੈਗੀ ਹੈ, ਤੇ ਦੂਸਰੇ ਭਾਈਚਾਰਿਆਂ ਦੇ ਵਿੱਚ ਵੀ ਉਹਦਾ ਸਥਾਨ ਹੈਗਾ, ਉਹਨਾਂ ਨੂੰ ਵੀ ਨਾਲ ਲੈ ਕੇ ਤੁਰਨ ਦੀ ਕੋਸ਼ਿਸ਼ ਹੁੰਦੀ ਹੈ, ਤੇ ਉਹਦੇ ਨਾਲ ਪੰਥਕ ਸਰੋਕਾਰਾਂ ਨਾਲ ਤੁਹਾਨੂੰ ਕੰਪਰੋਮਾਈਜ਼ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਤੁਹਾਨੂੰ ਸਪੋਰਟ ਉਹਨਾਂ ਗੱਲਾਂ ਤੇ ਮਿਲ ਜਾਂਦੀ ਹੈਗੀ ਹੈ। ਡਿਪੈਂਡ ਇਹ ਕਰਦਾ ਹੈ ਕਿ ਜਦੋਂ ਤੁਸੀਂ ਇੱਕ ਹਿੰਦੂ ਜਥੇਬੰਦੀ ਜਾਂ ਹਿੰਦੂ ਭਾਈਚਾਰੇ ਨੂੰ ਪ੍ਰਤੀਨਿਧਤਾ ਦੇਣ ਵਾਲੀ ਜਮਾਤ ਨਾਲ ਜਦੋਂ ਸਮਝੌਤਾ ਕਰਦੇ ਹੋ, ਫਿਰ ਤੁਹਾਨੂੰ ਕੰਪਰੋਮਾਈਜ਼ ਕਰਨੇ ਪੈਂਦੇ। ਬੀਜੇਪੀ ਨਾਲ ਕਿਉਂਕਿ ਸਾਨੂੰ ਕਰਨਾ ਪਿਆ ਇਹ ਇਲੈਕਟੋਰਲ ਪੋਲਿਟਿਕਸ ਦੇ ਵਾਸਤੇ, ਇਹ ਬੀਜੇਪੀ ਨਾਲ ਸਮਝੌਤਾ ਕਰਨਾ ਪਿਆ, ਉੱਥੇ ਕੰਪਰੋਮਾਈਜ਼ ਕਰਨੇ ਪੈਂਦੇ ਆ ਸੁਖਵਿੰਦਰ ਜੀ। ਸੋ ਇਸ ਕਰਕੇ ਆਪਾਂ ਨੂੰ ਇਹਦੇ ਵੱਖ-ਵੱਖ ਜਿਹੜੇ ਆ ਨਾ ਪੱਖ, ਉਹਨਾਂ ਨੂੰ ਸਮਝਣ ਦੀ ਲੋੜ ਹੈ, ਤੇ ਸਿਆਸਤ ਦੀਆਂ ਕੀ ਮਜਬੂਰੀਆਂ ਹੁੰਦੀਆਂ, ਵੋਟ ਪੋਲਿਟਿਕਸ ਦੀਆਂ ਕੀ ਮਜਬੂਰੀਆਂ ਹੁੰਦੀਆਂ। ਜੇ ਆਪਾਂ ਉਹ ਤਾਕਤ ਦੀ ਖੇਡ ਖੇਡਣੀ ਹੈ ਤੇ ਤਾਕਤ ਦੀ ਖੇਡ ਖੇਡਣੀ ਹੈ ਤੇ ਉਹਦੀਆਂ ਕੰਪਲਸ਼ਨਸ ਕੀ ਹੁੰਦੀਆਂ, ਉਹਨਾਂ ਨੂੰ ਜ਼ਰੂਰ ਧਿਆਨ ਵਿੱਚ ਰੱਖ ਕੇ ਹੀ ਨਿਰਣੇ ਲੈ ਜਾ ਸਕਦੇ ਆ ਸੁਖਵਿੰਦਰ ਜੀ। ਸੋ ਇਹ ਦੋਨੋਂ ਹੀ ਪੈਂਤੜੇ ਆ। ਮੇਰੇ ਮੁਤਾਬਕ ਜਿਹੜਾ ਇਹ ਪੰਜਾਬੀ ਪਾਰਟੀ ਵਾਲਾ ਜਿਹੜੀ ਦਿੱਖ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਅਕਾਲੀ ਦਲ ਨੇ, ਸਿਧਾਂਤਕ ਤੌਰ ਤੇ ਇਹ 'ਚ ਕੁਝ ਗਲਤ ਨਹੀਂ ਹੈ, ਕਿਉਂਕਿ ਤੁਸੀਂ ਪੰਥਕ ਸਰੋਕਾਰਾਂ ਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ, ਪਰ ਉਹ ਪੰਥਕ ਸਰੋਕਾਰਾਂ ਦੇ ਨਾਲ ਦੂਸਰੇ ਭਾਈਚਾਰਿਆਂ ਦੇ ਵਿੱਚ ਆਪਣਾ ਆਧਾਰ ਕਾਇਮ ਕਰਨਾ, ਉਹਨਾਂ ਨੂੰ ਨਾਲ ਲੈ ਕੇ ਤੁਰਨਾ, ਉਹਨਾਂ ਨਾਲ ਭਾਈਚਾਰਕ ਇੱਕ ਜਿਹੜੀ ਆ ਪਿਆਰ ਮੁਹੱਬਤ ਬਣਾ ਕੇ ਉਹਨਾਂ ਨੂੰ ਵੀ ਕਨਵਿੰਸ ਕਰਨਾ ਕਿ ਇਹ ਭਾਈਚਾਰਕ ਜਿਹੜੀ ਸਾਂਝ ਹੈ ਇਹ ਪੰਜਾਬ ਦੇ ਹਿੱਤ ਵਿੱਚ ਵੀ ਹੈਗੀ ਹੈ ਔਰ ਭਾਈਚਾਰਕ ਹਿੱਤਾਂ ਦੇ ਹਿੱਤ ਵਿੱਚ ਹੈਗੀ ਹੈ। ਸੋ ਉਹਦੇ ਵਿੱਚ ਮੈਨੂੰ ਇਉਂ ਨਜ਼ਰ ਆਉਂਦਾ ਸੁਖਵਿੰਦਰ ਜੀ, ਇਹ ਵੱਖ-ਵੱਖ ਹੈ, ਆਪਾਂ ਦ੍ਰਿਸ਼ਟੀਕੋਣ ਕਿਸ ਤਰ੍ਹਾਂ ਇਹਨੂੰ ਦੇਖਣਾ ਚਾਹਾਂਗੇ ਉਹ ਨਿਰਭਰ ਕਰੇਗਾ ਹਰ ਬੰਦੇ ਦੀ ਸੋਚ ਦੇ ਉੱਪਰ ਸੁਖਵਿੰਦਰ ਜੀ। ਜੀ ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ, ਧੰਨਵਾਦ ਤੁਹਾਡਾ। ਮੇਰੇ ਨਾਲ ਮੌਜੂਦ ਸਨ ਅੱਗੇ ਵਿਦਵਾਨ ਡਾਕਟਰ ਕੇਹਰ ਸਿੰਘ ਜੀ। ਅਸੀਂ ਗੱਲਬਾਤ ਕੀਤੀ ਹੈ ਅਕਾਲੀ ਦਲ, ਪੰਥਕ ਸਿਆਸਤ ਤੇ ਬਾਕੀ ਧਿਰਾਂ ਦੇ ਬਾਰੇ, ਖਾਸ ਕਰ ਭਾਜਪਾ ਦੀ ਗੱਲ ਹੋਈ ਆ ਜਦੋਂ ਪੰਜਾਬ ਦੇ ਭਗਵੇਂ ਕਰਨ ਦੀ ਗੱਲ ਤੁਰਦੀ ਹੈ। 2024 ਦੀਆਂ ਇਲੈਕਸ਼ਨ ਸਿਰ ਦੇ ਉੱਤੇ ਨੇ। ਤੁਸੀਂ ਇਸ ਬਾਰੇ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।